ਆਪਾਂ ਪੈਂਟ ਨਵੀਂ ਪਾਈ ਹੋਈ, ਕੋਟ ਪਾਇਆ ਤੇ ਅੰਦਰ ਮੈਂ ਗਿਆ ਤੇ ਇੰਟਰੋ ਹੋਈ ਤੇ ਉਹ ਕਹਿੰਦੇ ਜੀ ਆ ਰਿਪੂ ਆ ਤੁਹਾਡਾ ਬਰੂਮ ਹੈਗਾ, ਆ ਤੁਹਾਡਾ ਏਰੀਆ ਨੂੰ ਸਾਫ਼ ਕਰਨਾ ਸ਼ੁਰੂ ਕਰੋ। ਕਹਿੰਦੇ ਰਿਪੂ ਭਾਰ ਚੱਕ ਲੈਣਾ ਤੂੰ? ਮੈਂ ਕਿਹਾ ਜੀ ਜਿੰਨਾ ਮਰਜ਼ੀ। ਮੈਂ ਕਿਹਾ ਜੀ ਦੇਖੋ ਹੁਣ ਇਹ ਤਾਂ ਆਪਣੇ ਆ ਗਏ, ਜਿੰਨਾ ਭਾਰ ਕਹਿਣਗੇ ਚੱਕ ਲਾਂਗੇ। ਮੇਰਾ ਸਫ਼ਰ ਮਾਈ ਜਰਨੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੋਨਾ ਗਰੇਵਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਹੈ ਕਿ ਹਰ ਹਫ਼ਤੇ ਤੁਹਾਨੂੰ ਕਿਸੇ ਇਸ ਸ਼ਖਸੀਅਤ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਇੰਡੀਆ ਛੱਡ ਕੈਨੇਡਾ ਨੂੰ ਆਪਣੀ ਧਰਤੀ ਮੰਨਿਆ ਤੇ ਇੱਥੇ ਹਾਰਡ ਵਰਕ ਕਰਕੇ ਤੇ ਮਿਹਨਤਾਂ ਕਰਕੇ ਕਾਮਯਾਬੀਆਂ ਨੂੰ ਉਪਲਬਧ ਕੀਤਾ ਹੈ। ਉਹਨਾਂ ਵਿੱਚੋਂ ਸਾਡੇ ਨਾਲ ਅੱਜ ਨੇ ICC ਇਮੀਗ੍ਰੇਸ਼ਨ ਦੇ ਓਨਰ ਸਰਦਾਰ ਰਿਪੁਦਮਨ ਸਿੰਘ ਢਿੱਲੋਂ ਜੀ, ਜਿਨ੍ਹਾਂ ਨਾਲ ਗੱਲਬਾਤ ਹੋਏਗੀ ਤੇ ਉਹਨਾਂ ਤੋਂ ਜਾਣਾਂਗੇ ਉਹਨਾਂ ਦਾ ਸਫ਼ਰ, ਉਹਨਾਂ ਦੀ ਜ਼ੁਬਾਨੀ। ਗੱਲ ਕਰਦੇ ਹਾਂ ਸਰਦਾਰ ਰਿਪੁਦਮਨ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮੋਨਾ ਜੀ, ਔਰ ਸਾਰੇ ਜਿੰਨੇ ਵੀ ਸਾਡੇ ਸੁਣ ਰਹੇ ਲਿਸਨਰਸ ਹੈਗੇ ਉਹਨਾਂ ਨੂੰ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ICC ਇਮੀਗ੍ਰੇਸ਼ਨ ਵੱਲੋਂ, ਮੇਰੇ ਵੱਲੋਂ, ਰਿਪੁਦਮਨ ਸਿੰਘ ਢਿੱਲੋਂ ਵੱਲੋਂ ਤੇ ਮੇਰੇ ਪਾਰਟਨਰ ਮਨੂ ਦੱਤਾ ਵੱਲੋਂ ਵੀ ਥੈਂਕ ਯੂ ਜੀ। ਸੋ ਰਿਪੂ ਜੀ, ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਹਾਡੇ ਸਫ਼ਰ ਬਾਰੇ ਵੀ ਤੁਹਾਡਾ ਕੈਨੇਡਾ ਆਉਣ ਦਾ ਸਬਬ ਕਦੋਂ ਹੋਇਆ? ਬਹੁਤ ਵਧੀਆ ਕੁਐਸਚਨ ਮੋਨਾ ਜੀ। ਕੱਲ੍ਹ ਮੈਂ ਕਿਤੇ ਬੈਠਾ ਹੋਇਆ ਸੀਗਾ ਅਤੇ ਕੱਲ੍ਹ ਹੀ ਸਾਡੀ ਗੱਲ ਚੱਲ ਰਹੀ ਸੀਗੀ ਕਿ ਵੀ ਅਕਤੂਬਰ ਬਾਈ ਚਾਂਸ ਮਾਈਂਡ ਦੇ ਵਿੱਚ ਆਇਆ ਔਰ ਰੀਅਲਾਈਜ਼ ਕੀਤਾ ਕਿ ਐਸੇ ਅਕਤੂਬਰ 17 ਨੂੰ ਮੇਰੇ ਪੂਰੇ 17 ਸਾਲ ਹੋਣੇ ਆ ਜੀ ਕੈਨੇਡਾ ਦੇ ਅੰਦਰ ਆਇਆ ਨੂੰ। ਔਰ ਜਦੋਂ ਮੈਂ ਇਸ ਧਰਤੀ ਨੂੰ ਪਹਿਲੀ ਵਾਰੀ ਆਪਣੇ ਆ ਕੇ ਚੁੰਮਿਆ ਔਰ 18ਵਾਂ ਸਾਲ ਦੇ ਵਿੱਚ ਅਸੀਂ ਪੈ ਜਾਣਾ ਜੀ ਅਕਤੂਬਰ ਦੇ ਵਿੱਚ। ਅੱਛਾ ਜੀ। ਤੇ ਤੁਸੀਂ ਜਦੋਂ ਇੱਥੇ ਆਏ ਤੇ ਤੁਹਾਡਾ ਸਬਬ ਕਿੱਦਾਂ ਬਣਿਆ? ਕਿੱਦਾਂ ਤੁਸੀਂ ਡਿਸਾਈਡ ਕੀਤਾ ਵੀ ਕੈਨੇਡਾ ਹੀ ਜਾਣਾ ਆ? ਕੈਨੇਡਾ ਵਾਸਤੇ ਜਦੋਂ ਵੀ ਮੋਨਾ, ਜਦੋਂ ਅਸੀਂ ਆਪਣੇ ਇੰਡੀਆ ਦੇ ਵਿੱਚ ਹੁੰਦੇ ਹਾਂ, ਤੁਹਾਡੀਆਂ ਬਹੁਤ ਸਾਰੀਆਂ ਐਂਬੀਸ਼ਨਸ ਹੁੰਦੀਆਂ ਨੇ, ਡਰੀਮਸ ਹੁੰਦੇ ਨੇ ਕਿ ਵੀ ਲਾਈਕ ਤੁਸੀਂ ਆਪਣੀ ਇੱਕ ਲਾਈਫ ਨੂੰ ਬੈਟਰ ਕਿਵੇਂ ਕਰ ਸਕਦੇ ਹੋ। ਜਦੋਂ ਅਸੀਂ ਇੰਡੀਆ ਦੇ ਵਿੱਚ ਵੀ ਰਹਿ ਰਹੇ ਹਾਂ, ਸਾਨੂੰ ਸਾਡੇ ਪੇਰੈਂਟਸ ਨੇ, ਸਾਡੇ ਫਰੈਂਡਸ ਨੇ, ਸਾਡੇ ਜਿੰਨੇ ਵੀ ਸਾਡੇ ਨੇੜੇ ਵਾਲੇ ਜਿੰਨੇ ਵੀ ਰਿਸ਼ਤੇਦਾਰ ਹੈਗੇ, ਉਹਨਾਂ ਨੇ ਬਹੁਤ ਅੱਛੀ ਲਾਈਫ ਦਿੱਤੀ ਹੁੰਦੀ ਆ। ਪਰ ਉਹਨਾਂ ਨੂੰ ਛੱਡ ਕੇ ਆਉਣਾ ਔਰ ਉਸ ਤੋਂ ਬਾਅਦ ਇੱਕ ਡਰੀਮ ਲੈਣਾ ਕਿ ਵੀ ਲਾਈਕ ਕਿਉਂ ਨਾ ਕਿਤੇ ਆਪਾਂ ਕਿ ਵੀ ਸ਼ਾਇਦ ਹੋ ਸਕਦਾ ਕਿ ਸਾਨੂੰ ਇੱਕ ਹੋਰ ਬੈਟਰ ਅਪਰਚੁਨਿਟੀਜ਼ ਮਿਲ ਸਕਣ ਕਿ ਜਿੱਥੇ ਜਾ ਕੇ ਅਸੀਂ ਆਪਣੇ ਜੀਵਨ ਨੂੰ ਹੋਰ ਸੁਖਾਲਾ ਕਰ ਸਕੀਏ। ਅਤੇ ਉਸ ਵੇਲੇ ਫਿਰ ਮਾਈਂਡ ਦੇ ਵਿੱਚ ਹੁੰਦਾ ਕਿ ਵੀ ਕਿਉਂ ਨਾ ਇਹਨਾਂ ਕੰਟਰੀਜ਼ ਵਿੱਚ ਜਾਇਆ ਜਾਵੇ। ਅਮਰੀਕਾ ਵੀ ਹੁੰਦਾ, ਯੂਰਪ ਦੀ ਕੰਟਰੀਜ਼ ਵੀ ਹੁੰਦੀਆਂ ਨੇ। ਪਰ ਫੋਰਚੂਨੇਟਲੀ ਮੇਰੇ ਗ੍ਰੈਂਡ ਪੇਰੈਂਟਸ ਜਿਹੜੇ ਸੀਗੇ ਉਹ ਇੱਥੇ 1965 ਦੇ ਵਿੱਚ ਮਾਈਗਰੇਟ ਹੋਏ ਸੀਗੇ ਅਤੇ ਜਦੋਂ ਵੀ ਉਹਨਾਂ ਨੇ ਇੰਡੀਆ ਆਉਣਾ ਸਾਡੇ ਜਲੰਧਰ, ਅਤੇ ਉਹਨਾਂ ਦੇ ਨਾਲ ਜਦੋਂ ਵੀ ਬੈਠਣਾ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਨੀ, ਅਤੇ ਉਹਨਾਂ ਨੂੰ ਦੇਖ ਕੇ ਲੱਗਿਆ ਕਿ ਵੀ ਲਾਈਕ ਕਿਉਂ ਨਾ ਕਿ ਵੀ ਜੋ ਉਹਨਾਂ ਨੇ ਇੱਥੇ ਦੀ ਗੱਲਬਾਤ ਦੱਸਣੀ ਆ ਕੇ ਕਿ ਵੀ ਐਜੂਕੇਸ਼ਨ ਸਿਸਟਮ ਵਧੀਆ ਆ, ਸਾਡਾ ਵਰਕਿੰਗ ਸਿਸਟਮ ਵਧੀਆ ਆ, ਉਹਨਾਂ ਨੇ ਕੰਪੇਅਰ ਕਰਨਾ। ਉਦੋਂ ਸਾਨੂੰ ਥੋੜ੍ਹਾ ਜਿਹਾ ਲੱਗਦਾ ਸੀਗਾ ਕਿ ਵੀ ਲਾਈਕ ਕਿਉਂ ਸਾਡੇ ਇੰਡੀਆ ਦੇ ਨਾਲ ਕੰਪੇਅਰ ਕਰਦੇ ਆ ਕਿ ਵੀ ਸਾਡੇ ਸਿਸਟਮ ਨੂੰ। ਪਰ ਹੌਲੀ ਹੌਲੀ ਜਿਸ ਤਰ੍ਹਾਂ ਏਜ ਵੱਧਦੀ ਗਈ, ਫਿਰ ਆਪਣਾ ਪੜ੍ਹਾਈ ਲਿਖਾਈ ਪੂਰੀ ਕੀਤੀ ਅਤੇ ਨਾਲ ਦੇ ਨਾਲ ਉਹਨਾਂ ਦਾ ਵੀ ਆਉਣਾ ਜਾਣਾ ਥੋੜ੍ਹਾ ਜਿਹਾ ਵੱਧ ਗਿਆ। ਅਤੇ ਫਿਰ ਮਾਈਂਡ ਦੇ ਵਿੱਚ ਆਉਣਾ ਸ਼ੁਰੂ ਹੋਇਆ ਕਿ ਵੀ ਕਿਉਂ ਨਾ ਇੱਕ ਵਾਰੀ ਆਪਾਂ ਵੀ ਕੋਈ ਨਾ ਕੋਈ ਇੱਕ ਇਸ ਤਰ੍ਹਾਂ ਦੀ ਅਪਰਚੁਨਿਟੀ ਲੈ ਕੇ ਦੇਖੀਏ ਕਿ ਵੀ ਹਰ ਕੋਈ ਜਿਹੜੇ ਵੀ ਸ਼ਖਸ ਨੂੰ ਅਸੀਂ ਮਿਲਦੇ ਹਾਂ ਲਾਈਫ ਦੇ ਵਿੱਚ ਕਿ ਵੀ ਉਹ ਗੱਲਬਾਤ ਕਰਦੇ ਆ ਕਿ ਵੀ ਲੈਂਡ ਆਫ ਅਪਰਚੁਨਿਟੀਜ਼, ਤੁਸੀਂ ਇੰਡੀਆ ਤੋਂ ਬਾਹਰ ਚਲੇ ਜਾਓ, ਤੁਹਾਡੇ ਲਈ ਇਹ ਕੁਛ ਹੋ ਜਾਏਗਾ। ਅਤੇ ਡਿਸਾਈਡ ਕੀਤਾ ਕਿ ਵੀ ਚਲੋ ਆਪਾਂ ਵੀ ਇੱਕ ਵਾਰੀ ਕੀ ਕਹਿੰਦੇ ਐਕਸਪਲੋਰ ਕਰਦੇ ਹਾਂ। ਅਤੇ ਉਦੋਂ ਫਿਰ ਸੋਚਣਾ ਸ਼ੁਰੂ ਕੀਤਾ ਔਰ ਡਿਊਰਿੰਗ ਦੈਟ ਟਾਈਮ ਹੀ ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਨੂੰ ਥੋੜ੍ਹਾ ਜਿਹਾ ਰਿਲੈਕਸ ਵੀ ਕੀਤਾ ਸੀਗਾ, ਜਾਂ ਤੁਸੀਂ ਕਹਿ ਲਓ ਕਿ ਵੀ ਉਸ ਵੇਲੇ ਕੈਨੇਡਾ ਦੀ ਆਪਣੀ ਇਮੀਗ੍ਰੇਸ਼ਨ ਨਵੀਂ ਸ਼ੁਰੂ ਹੋਈ ਸੀਗੀ। ਅਤੇ 99 ਦੇ ਵਿੱਚ ਫਿਰ ਅਪਲਾਈ ਕੀਤਾ, ਪੂਰਾ ਸਬੱਬ ਬਣਾਇਆ ਕਿ ਵੀ ਚਲੋ ਸੋਚ ਵਿਚਾਰ ਕਰਕੇ ਡਿਸਕਸ ਵਿਦ ਮਾਈ ਫੈਮਿਲੀ ਫਰੈਂਡਸ ਨਾਲ ਡਿਸਕਸ ਕੀਤਾ ਅਤੇ ਫਿਰ ਆਉਣ ਦੀ ਆਪਣਾ ਅਪਲਾਈ ਕੀਤਾ। ਔਰ ਫੋਰਚੂਨੇਟਲੀ 2003 ਦੇ ਵਿੱਚ ਜਦੋਂ ਮੇਰਾ ਫਾਈਲ ਨੰਬਰ ਆਇਆ ਅਤੇ ਮੈਡੀਕਲ ਵਗੈਰਾ ਸਾਰੇ ਪੇਪਰਸ ਆਏ, ਫਿਰ ਮੈਂ ਅਕਤੂਬਰ ਮਹੀਨੇ ਦੇ ਵਿੱਚ ਇੱਥੇ ਕੈਨੇਡਾ ਦੇ ਅੰਦਰ ਲੈਂਡ ਕੀਤਾ ਜੀ। ਵੈਰੀ ਨਾਈਸ। ਤੇ ਬੇਸਿਕਲੀ ਤੁਹਾਡਾ ਪਿੰਡ ਪਿਛੋਕੜ ਕਿੱਥੋਂ ਦਾ ਐਕਚੁਅਲੀ? ਮੇਰੇ ਜਿਹੜੇ ਪੇਰੈਂਟਸ ਹੈਗੇ ਨੇ ਜੀ, ਮੇਰੇ ਫਾਦਰ ਸਾਹਿਬ ਅਤੇ ਮੇਰੇ ਗ੍ਰੈਂਡ ਪੇਰੈਂਟ, ਉਹ ਹੈਗੇ ਨੇ ਗੁਰਦਾਸਪੁਰ ਦੇ ਲਾਗੇ ਇੱਕ ਕਸਬਾ ਹੈਗਾ ਕਣੀਆਂ ਕੇ ਬਾਂਗਰ। ਅੱਛਾ ਜੀ। ਮੇਰੇ ਗ੍ਰੈਂਡ ਫਾਦਰ ਉੱਥੇ ਦੇ ਜੰਪਲ ਹੈਗੇ, ਮੇਰੇ ਫਾਦਰ ਵੀ ਉੱਥੇ ਦੇ ਜੰਪਲ ਆ। ਔਰ ਮੇਰੇ ਜਿਹੜੇ ਆਪਣੇ ਉਸ ਤੋਂ ਬਾਅਦ ਉਹ ਮਾਈਗਰੇਟ ਹੋ ਗਏ ਸੀ ਗਾਜ਼ੀਆਬਾਦ ਦੇ ਵਿੱਚ, UP ਦੇ ਅੰਦਰ। ਫਿਰ ਕਿਉਂਕਿ ਮੇਰੇ ਗ੍ਰੈਂਡ ਫਾਦਰ ਉਹਨਾਂ ਨੇ ਆਪਣੀ ਜੋਬ ਵੀ ਕੀਤੀ ਐਜ਼ ਐਨ ਇੰਜੀਨੀਅਰ ਔਰ ਮੋਦੀ ਕੰਪਨੀਜ਼ ਦੇ ਵਿੱਚ ਸੀਗੇ। ਔਰ ਉਸ ਤੋਂ ਬਾਅਦ ਮੇਰੇ ਫਾਦਰ ਨੇ ਵੀ ਆਪਣਾ ਕੀ ਕਹਿੰਦੇ ਆ ਮੋਦੀ ਕੰਪਨੀਜ਼ ਦੇ ਵਿੱਚ ਹੀ ਆਪਣੀ ਜਰਨੀ ਸ਼ੁਰੂ ਕੀਤੀ ਸੀਗੀ। ਔਰ ਉਸ ਤੋਂ ਬਾਅਦ ਫਿਰ ਕੀ ਕਹਿੰਦੇ ਗਾਜ਼ੀਆਬਾਦ ਵੀ ਰਹੇ। ਫਿਰ ਉਸ ਤੋਂ ਬਾਅਦ ਮੇਰੇ ਆਪਣੇ ਕੀ ਕਹਿੰਦੇ ਮੇਰੇ ਫਾਦਰ ਸਾਹਿਬ ਅਤੇ ਮੇਰੇ ਮਦਰ ਨੇ ਡਿਸਾਈਡ ਕੀਤਾ ਕਿ ਲਾਈਕ ਮੂਵ ਬੈਕ ਟੂ ਜਲੰਧਰ। ਠੀਕ ਹੈ ਨਾ ਜੀ, ਕਿ ਜਲੰਧਰ ਆਏ। ਫਿਰ 1970 ਦੇ ਵਿੱਚ ਉਹ ਜਲੰਧਰ ਮਾਈਗਰੇਟ ਹੋਏ ਔਰ ਉਸ ਤੋਂ ਬਾਅਦ 71 ਦੇ ਵਿੱਚ ਮੇਰਾ ਉੱਥੇ ਜਾ ਕੇ ਮੈਂ ਉੱਥੇ ਬੌਰਨ ਹੋਇਆ। ਪਰ ਜੇ ਮੈਂ ਆਪਣੇ ਪਿਛੋਕੜ ਦੀ ਗੱਲ ਕਰਾਂ ਤਾਂ ਆਈ ਐਮ ਆਲਵੇਜ਼ ਪ੍ਰਾਊਡ ਟੂ ਸੇ ਕਿ ਜਿਹੜਾ ਮੇਰਾ ਪਿਛੋਕੜ ਹੈਗਾ, ਮੇਰੇ ਫਾਦਰ ਸਾਹਿਬ ਅਤੇ ਮੇਰੇ ਕੀ ਕਹਿੰਦੇ ਆ ਦਾਦਾ ਜੀ, ਉਹਨਾਂ ਨੇ ਮੈਨੂੰ ਇੰਨਾ ਕੁ ਸੁਪਨਾ ਆਪਣਾ ਦਿੱਤਾ ਕਿ ਵੀ
ਲਾਈਕ ਕਿ ਵੀ ਮੈਂ ਆਪਣੇ ਆਪ ਨੂੰ ਕਹਿ ਸਕਾਂ ਕਿ ਵੀ ਮੈਂ ਗੁਰਦਾਸਪੁਰ ਦੀ ਮਿੱਟੀ ਦੇ ਨਾਲ ਤੁਸੀਂ ਜੁੜਿਆ ਫਿਰ ਹਾਂ। ਕਹਿ ਸਕਦੇ ਹੋ ਵੀ ਮੈਂ ਮਜੈਲੀਆਂ ਆ। ਹਾਂਜੀ ਬਿਲਕੁਲ ਜੀ, ਮੈਂ ਕਹਿ ਸਕਦਾ ਜੀ। ਹਾਂਜੀ ਬਿਲਕੁਲ ਜੀ, ਹਾਂਜੀ। ਅੰਮ੍ਰਿਤਸਰ ਵੀ ਜੀ। ਗੁਰੂ ਦੀ ਨਗਰੀ ਹੈ। ਔਰ ਹਮੇਸ਼ਾ ਪ੍ਰਾਊਡ ਹੋਇਆ ਜੀ ਹਾਂਜੀ। ਕਿ ਜੋ ਸਾਡੇ ਦਾਦਾ ਜੀ ਤੇ ਸਾਡੇ ਫਾਦਰ ਸਾਹਿਬ ਨੇ ਸਾਡੇ ਲਈ ਜੋ ਆਪਣੇ ਕੰਮ ਕੀਤੇ, ਔਰ ਉਹਨਾਂ ਨੇ ਸਾਡੇ ਲਈ ਬਹੁਤ ਔਖੇ ਟਾਈਮ ਵੀ ਦੇਖੇ ਆ ਕਿ ਵੀ ਹਾਂਜੀ। ਬੱਚਿਆਂ ਨੂੰ ਪੜ੍ਹਾਈ ਲਿਖਾਈ ਕਰਾਉਣੀ ਆ। ਬਿਲਕੁਲ। ਸੋ ਵੀ ਆਰ ਆਲਵੇਜ਼ ਪ੍ਰਾਊਡ ਆਫ them ਕਿ ਵੀ ਲਾਈਕ ਉਹਨਾਂ ਨੇ ਸਾਡੇ ਲਈ ਇੰਨੀਆਂ ਮਿਹਨਤਾਂ ਕਰਕੇ ਸਾਨੂੰ ਇਸ ਕਾਬਲ ਬਣਾਇਆ ਕਿ ਅੱਜ ਮੈਂ ਤੁਹਾਡੇ ਨਾਲ ਆਪਣੀ ਇੱਕ ਜਰਨੀ ਜਿਹੜੀ ਹੈਗੀ ਆ ਉਹ ਮੈਂ ਤੁਹਾਡੇ ਨਾਲ ਆਪਣਾ ਕੀ ਕਹਿੰਦੇ ਆ ਉਹਨੂੰ Share ਸ਼ੇਅਰ ਕਰ ਕਰ ਰਿਹਾ। ਰਿਹਾ। ਹਾਂ, ਸੋ ਆਈ ਐਮ ਆਲਵੇਜ਼ ਬlesed। ਯਾ ਸੋ ਤੁਹਾਡੀ ਐਜੂਕੇਸ਼ਨ ਕਿੱਦੋਂ ਦੀ ਹੈ ਤੇ ਕਿੱਥੋਂ ਦੀ ਹੈ ਤੇ ਕੀ ਪੜ੍ਹੇ ਹੋ ਤੁਸੀਂ? ਮੇਰੀ ਜਿਹੜੀ ਐਜੂਕੇਸ਼ਨ ਹੈਗੀ ਆ ਆਪਣੇ ਮੋਨਾ ਜੀ ਜਲੰਧਰ ਦੇ ਵਿੱਚ ਹੀ ਹੋਈ ਹੈ ਜੀ, ਔਰ ਆਪਣੇ ਪਹਿਲਾਂ ਜਿਹੜੇ ਪ੍ਰਾਈਵੇਟ ਕੈਰੀਅਰ ਸਕੂਲਸ ਹੁੰਦੇ ਆ ਉੱਥੋਂ ਸਕੂਲਿੰਗ ਹੋਈ ਆ ਆਪਣੇ ਕੀ ਕਹਿੰਦੇ ਆ ਜਲੰਧਰ ਦੇ ਅੰਦਰ। ਉਸ ਤੋਂ ਬਾਅਦ ਗ੍ਰੇਡ 10th ਤੱਕ ਤਾਂ ਮੈਂ ਪ੍ਰਾਈਵੇਟ ਸਕੂਲਸ ਦੇ ਵਿੱਚ ਹੀ ਗਿਆ ਸੀਗਾ, ਔਰ ਉਸ ਤੋਂ ਬਾਅਦ ਗ੍ਰੇਡ 11 ਤੇ ਗ੍ਰੇਡ 12 ਉੱਥੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹੈਗਾ ਲੱਡ ਵਾਲੀ ਰੋਡ ਦੇ ਉੱਤੇ, ਉੱਥੇ ਫਿਰ ਮੇਰੀ 2 ਸਾਲ ਦੀ ਪੜ੍ਹਾਈ ਹੋਈ ਆਪਣੇ ਬਾਇਓਮੈਡੀਕਲ ਸਬਜੈਕਟਸ ਦੇ ਵਿੱਚ। ਔਰ ਉਸ ਤੋਂ ਬਾਅਦ ਆਪਣੇ ਕੀ ਕਹਿੰਦੇ ਮੇਰੀ ਜਰਨੀ ਸ਼ੁਰੂ ਹੋਈ ਖਾਲਸਾ ਕਾਲਜ ਦੇ ਵਿੱਚ। ਅੱਛਾ। ਉਦੋਂ ਮੈਂ ਕਹਿ ਸਕਦਾ ਕਿ ਵੀ ਲਾਈਕ ਮੈਂ ਥੋੜ੍ਹਾ ਜਿਹਾ ਲਾਈਫ ਨੂੰ ਆਪਣਾ ਕੀ ਸਮਝਣਾ ਸ਼ੁਰੂ ਕੀਤਾ ਕਿ ਵੀ ਲਾਈਕ ਕਿਉਂਕਿ ਜਦੋਂ ਤੁਸੀਂ ਕਾਲਜ ਜਾਂਦੇ ਹੋ ਤਾਂ ਯੂ ਗੋ ਇਨਟੂ ਅ ਡਿਫਰੈਂਟ ਵਰਲਡ, ਡਿਫਰੈਂਟ ਐਕਸਪੀਰੀਅੰਸ। ਹਾਂਜੀ ਡਿਫਰੈਂਟ ਐਕਸਪੀਰੀਅੰਸ ਹੁੰਦੇ ਆ। ਔਰ ਜਦੋਂ ਐਕਸਪੀਰੀਅੰਸਿਸ ਹੋਏ ਕਿਉਂਕਿ ਤੁਸੀਂ ਜਦੋਂ ਇੰਡੀਪੈਂਡੈਂਟ ਆਪਾਂ ਕਹਿ ਲੈਂਦੇ ਕਿ ਵੀ ਇੱਕ ਮੈਂ ਇੰਡੀਪੈਂਡੈਂਸ ਜਦੋਂ ਮੈਂ ਪਹਿਲੀ ਵਾਰੀ ਕਦਮ ਰੱਖਿਆ ਤੇ ਮੈਂ ਆਪਣੀ ਕਾਲਜ ਲਾਈਫ ਦੇ ਵਿੱਚ 1988 ਦੇ ਵਿੱਚ ਮੈਂ ਲਾਇਲਪੁਰ ਖਾਲਸਾ ਕਾਲਜ ਜੁਆਇਨ ਕੀਤਾ ਸੀ, ਔਰ ਉਸ ਤੋਂ ਬਾਅਦ 92 ਦੇ ਵਿੱਚ ਮੇਰੀ ਜਿਹੜੀ ਸਟੱਡੀ ਕੰਪਲੀਟ ਹੋਈ BSc ਦੇ ਵਿੱਚ ਆਪਣੇ। ਔਰ ਉਸ ਜਰਨੀ ਨੂੰ ਮੈਂ ਹਮੇਸ਼ਾ ਯਾਦ ਕਰਦਾ ਕਿ ਕਿਉਂਕਿ ਉਹ ਜਰਨੀ 4 ਸਾਲ ਜਿਹੜੇ ਮੇਰੇ ਰਹੇ ਜੀ ਕਾਲਜ ਟਾਈਮ ਦੇ, ਉਹ ਮੇਰੇ 2 ਫਰੈਂਡਸ ਹੈਗੇ ਜਿਨ੍ਹਾਂ ਨੂੰ ਮੈਂ ਅੱਜ ਵੀ ਯਾਦ ਕਰਦਾ। ਇੱਕ ਫਰੈਂਡ ਤਾਂ ਮੇਰੇ ਇੱਥੇ ਹੀ ਹੈਗੇ ਨੇ ਜਸਪ੍ਰੀਤ ਸਿੰਘ ਕਈ, ਔਰ ਸਾਡੀ ਜਰਨੀ ਗ੍ਰੇਡ 11 ਤੋਂ ਸ਼ੁਰੂ ਹੋਈ ਸੀਗੀ ਔਰ ਅਸੀਂ ਇਕੱਠੇ ਹੀ ਰਹੇ। ਔਰ ਮੇਰੇ ਇੱਕ ਹੋਰ ਫਰੈਂਡ ਹੈਗੇ ਨੇ ਹਰੀਪਾਲ ਸਿੰਘ, ਉਹ ਹੈਗੇ ਨੇ ਆਪਣਾ ਕੀ ਕਹਿੰਦੇ ਆ ਉੱਥੇ ਆਪਣਾ ਪਿੰਡ ਹੈਗਾ ਜੀ ਛੋਟੀ ਮਿਆਣੀ ਰਹਿੰਦੇ ਆ। ਅੱਛਾ ਜੀ। ਉੱਥੇ ਉਹਨਾਂ ਦੇ ਨਾਲ 4 ਸਾਲ ਕਿਸ ਤਰੀਕੇ ਨਾਲ ਨਿਕਲੇ ਕਿ ਵੀ ਅਸੀਂ ਇਕੱਠੇ ਵੱਡੇ ਹੋਏ, ਪੜ੍ਹਾਈ ਲਿਖਾਈ ਕੀਤੀ, ਸ਼ਰਾਰਤਾਂ ਵੀ ਕੀਤੀਆਂ, ਸਭ ਕੁਝ ਕੀਤਾ, ਤਫਰੀਬਾਜ਼ੀ ਵੀ ਕੀਤੀ। ਹਾਂਜੀ ਬਿਲਕੁਲ ਜੀ, ਸਭ ਕੁਝ ਕੀਤਾ ਜੀ। ਉਹ ਟਾਈਮ ਜਿਹੜਾ ਸੀਗਾ ਕਿ ਲਾਈਕ ਉਹ ਟਾਈਮ ਅੱਜ ਵੀ ਯਾਦ ਆਉਂਦਾ। ਕਦੀ ਕਦੀ ਅਸੀਂ ਗੱਲਾਂ ਕਰਦੇ ਹਾਂ ਫੋਨ ਦੇ ਉੱਤੇ ਆਪਸ ਦੇ ਵਿੱਚ। ਜਸਪ੍ਰੀਤ ਤਾਂ ਇੱਥੇ ਹੀ ਹੈ ਮੇਰੇ ਨਾਲ ਹੀ, ਉਹਨਾਂ ਨੂੰ ਮੈਂ ਨਿਕਨੇਮ ਹੈਗਾ ਜੱਸੀ, ਉਹਨਾਂ ਦੇ ਨਾਲ ਕਹਿੰਦਾ ਆ। ਅਸੀਂ ਯਾਦ ਕਰਦੇ ਉਹ ਟਾਈਮ ਦੇ ਵਿੱਚ ਪਹੁੰਚ ਜਾਂਦੇ ਕਈ ਵਾਰੀ। ਉਹ ਟਾਈਮ ਜਿਹੜਾ ਉਹ ਫਿਕਰ ਫਾਕਾ ਨਹੀਂ ਕਿਸੇ ਚੀਜ਼ ਦਾ ਵੀ, ਰਾਈਟ? ਕੋਈ ਤੁਹਾਨੂੰ ਬਿੱਲ ਨਹੀਂ ਪੇ ਕਰਨ ਦਾ ਟੈਨਸ਼ਨ, ਨਾ ਤੁਹਾਨੂੰ ਵੀ ਰੋਟੀ ਕਿਵੇਂ ਖਾਣੀ ਹੈ ਸ਼ਾਮ ਨੂੰ ਜਾਂ ਕੁਛ ਨਹੀਂ। ਉਹ ਜਿਹੜਾ ਕਾਲਜ ਟਾਈਮ ਆ ਉਹ ਐਸਾ ਟਾਈਮ ਆ ਵੀ ਜਿਹੜਾ ਹਰ ਇੱਕ ਬੰਦੇ ਦੇ ਡਿਫਰੈਂਟ ਵੇ ਨਾਲ ਜਾਂਦਾ ਹੈ, ਬਟ ਐਵਰੀ ਪਰਸਨ ਵੀ ਜਿਹੜਾ ਵੀ ਕੋਈ, ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ, ਉਹ ਸਕੂਲ ਟਾਈਮ ਨੂੰ ਚਾਹੇ ਤੁਸੀਂ ਯਾਦ ਕਰੋ ਨਾ ਕਰੋ, ਪਰ ਜਿਹੜਾ ਕਾਲਜ 4 ਸਾਲ ਜਾਂ 3 ਸਾਲ ਉਹ ਬੰਦਾ ਕੋਈ ਨਹੀਂ ਭੁੱਲਦਾ। ਬਿਲਕੁਲ ਠੀਕ ਕਹਿੰਦੇ। ਔਰ ਮੋਨਾ ਜੀ ਕੀ ਕਿਉਂਕਿ ਤੁਸੀਂ ਜਦੋਂ ਇੱਕ ਲਾਈਫ ਦਾ ਇੱਕ ਨਵਾਂ ਸਾਈਕਲ ਸ਼ੁਰੂ ਹੁੰਦਾ ਹੈ, ਹਾਂਜੀ, ਔਰ ਉਹ ਜਿਹੜਾ ਸਾਈਕਲ ਹੁੰਦਾ ਤੇ ਤੁਸੀਂ ਜਦੋਂ ਆਪਣੇ ਆਪ ਆਪਾਂ ਕਹਿੰਦੇ ਆ ਜੀ ਕਿ ਵੀ ਤੁਸੀਂ ਜੀ ਇੱਕ ਪੈਰ ਪੁੱਟਿਆ ਆ ਕਿ ਤੁਸੀਂ ਜਦੋਂ ਕਿੱਥੇ ਆਪਣੀ ਲਾਈਫ ਨੂੰ ਕਿਹੜੇ ਪਾਸੇ ਤੁਸੀਂ ਸੈਟਲ ਕਰਨਾ। ਕਿਉਂਕਿ ਸਕੂਲ ਦੇ ਵਿੱਚ ਤੁਹਾਨੂੰ ਟੀਚਰਾਂ ਨੇ ਗ੍ਰੇਡ 12 ਤੱਕ ਵੀ 12ਵੀਂ ਤੱਕ ਟੀਚਰਾਂ ਨੇ ਪੜਾਉਣਾ ਹੈ, ਆ ਪੜ੍ਹ ਲਾ, ਨਹੀਂ ਲਿਖ ਲਾ, ਆ ਵੀ ਜਿਵੇਂ ਸਪੂਨ ਫੀਡਿੰਗ ਕਰਦੇ ਆ, ਰਾਈਟ? ਕਾਲਜ ਇੱਕ ਐਸਾ ਆਂਦਾ ਵੀ ਤੁਸੀਂ ਲੈਕਚਰ ਲਾਉਣਾ ਲਾਓ, ਨਹੀਂ ਲਾਉਣਾ ਬਾਅਦ ਚ ਐਂਡ ਤੇ ਪਤਾ ਲੱਗੇਗਾ, ਠੀਕ ਹੈ ਨਾ? ਤੇ ਉਹ ਇੰਡੀਪੈਂਡੈਂਸ ਸਿਖਾਉਂਦਾ ਕਾਲਜ, ਜਿਹੜਾ ਕਿ ਬਹੁਤ ਜ਼ਰੂਰੀ ਹੈ ਬੱਚਿਆਂ ਲਈ। ਹਾਂਜੀ। ਸੋ ਫਿਰ ਤੁਸੀਂ ਕੈਨੇਡਾ 92 ਚ ਆਏ? ਨਹੀਂ ਜੀ, ਮੈਂ ਕੈਨੇਡਾ ਤੇ ਮੈਂ 2003 ਦੇ ਵਿੱਚ। ਹਾਂਜੀ। ਸੋ ਜਦੋਂ ਤੁਸੀਂ ਇੱਥੇ ਆਏ ਤਾਂ ਚਲੋ ਤੁਹਾਡੇ ਗ੍ਰੈਂਡ ਪੇਰੈਂਟਸ ਹੈਗੇ ਸੀਗੇ ਤੁਹਾਨੂੰ ਸਪੋਰਟ ਕਰਨ ਨੂੰ, ਪਰ ਤੁਹਾਨੂੰ ਇੱਥੇ ਆ ਕੇ ਫਸਟ ਫੀਲਿੰਗ ਜਾਂ ਫਸਟ ਤੁਹਾਨੂੰ ਕਿਦਾਂ ਦਾ ਲੱਗਿਆ? ਇੱਕ ਚੀਜ਼ ਮੈਂ ਜ਼ਰੂਰ ਕਰਾਂਗਾ ਜੀ ਕਿ ਜਦੋਂ 2003 ਦੇ ਵਿੱਚ ਆਇਆ ਤੇ ਅਨਫੋਰਚੂਨੇਟਲੀ ਉਦੋਂ ਮੇਰੇ ਜਿਹੜੇ ਨਾਨੀ ਜੀ ਸੀਗੇ, ਹਾਂਜੀ, ਉਹ ਆਪਣੇ ਕਿਉਂਕਿ ਉਹਨਾਂ ਦਾ ਸਭ ਤੋਂ ਵੱਡਾ ਸੁਪਨਾ ਇਹ ਸੀਗਾ ਤੇ ਮੇਰਾ ਅੱਜ ਦੀ ਡੇਟ ਦੇ ਵਿੱਚ ਵੀ, ਤੇ ਮੈਂ ਉਹਨਾਂ ਨੂੰ ਕਈ ਵਾਰੀ ਫੀਲ ਕਰਦਾ ਕਿ ਮੇਰੇ ਨਾਲ ਹੈਗੇ ਨੇ ਕੈਨੇਡਾ ਦੇ ਵਿੱਚ, ਤੇ ਮੇਰਾ ਉਹਨਾਂ ਦੇ ਨਾਲ ਬਹੁਤ ਪਿਆਰ ਰਿਹਾ। ਅੱਛਾ ਜੀ। ਔਰ ਫੈਮਿਲੀ ਦੇ ਵਿੱਚ ਤੁਸੀਂ ਕਹਿੰਦੇ ਹੋ ਜੀ ਨਾਨਕਾ ਮੇਲ, ਦਾਦਕਾ ਮੇਲ, ਤੇ ਕਿਹਦੇ ਨਾਲ ਤੁਹਾਡਾ ਸਭ ਤੋਂ ਜ਼ਿਆਦਾ? ਮੇਰੇ ਨਾਨੀ ਜੀ ਸੀਗੇ ਜਿਨ੍ਹਾਂ ਦੇ ਨਾਲ ਮੇਰੀ ਸਭ ਤੋਂ ਜ਼ਿਆਦਾ ਅਟੈਚਮੈਂਟ ਰਹੀ, ਬਹੁਤ ਜ਼ਿਆਦਾ ਬੌਂਡਿੰਗ ਸੀਗੀ ਉਹਨਾਂ ਦੇ ਨਾਲ। ਉਹਨਾਂ ਨੇ ਮੇਰੀਆਂ ਛੋਟੀਆਂ ਚੀਜ਼ਾਂ ਦਾ ਵੀ ਧਿਆਨ ਰੱਖਿਆ। ਕੈਨੇਡਾ ਤੋਂ ਆਉਣਾ ਕਿ ਮੇਰਾ ਨਿਕਨੇਮ ਲੈ ਕੇ ਕਿ ਵੀ ਆਪਣੇ ਰਿਪੂ ਨੂੰ ਆਹ ਚੀਜ਼ ਪਸੰਦ ਆ, ਉਹਨੂੰ ਆਹ ਕੱਪੜੇ ਚਾਹੀਦੇ ਆ, ਆਹ ਲੈ ਕੇ ਆਣੇ। ਉਹਨਾਂ ਨੇ ਮੈਨੂੰ ਫੋਨ ਕਰਨਾ, ਚਿੱਠੀ ਆਣੀ, ਕਿਉਂਕਿ ਉਦੋਂ ਤਾਂ ਚਿੱਠੀਆਂ ਪੱਤਰੀਆਂ ਬਹੁਤ ਚੱਲਦੀਆਂ, ਟੈਲੀਫੋਨ ਬਹੁਤ ਘੱਟ ਹੁੰਦੇ ਸੀਗੇ ਕਿ ਤੈਨੂੰ ਕੀ ਚਾਹੀਦਾ ਆ। ਫਿਰ ਉਹਨਾਂ ਨੇ ਮੇਰੀਆਂ ਬਹੁਤ ਛੋਟੀਆਂ ਨਿੱਕੀਆਂ ਚੀਜ਼ਾਂ ਦਾ ਧਿਆਨ ਰੱਖਿਆ। ਤੇ ਕੈਨੇਡਾ ਆਉਣ ਤੋਂ ਆਪਣਾ ਕੀ ਕਹਿੰਦੇ ਆ 2003 ਦੇ ਵਿੱਚ ਜਦੋਂ ਮੈਂ ਲੈਂਡ ਕੀਤਾ, ਤੇ ਉਦੋਂ ਤੋਂ ਆਉਣ ਤੋਂ ਕੀ ਕਹਿੰਦੇ ਆ ਆਪਣਾ ਥੋੜ੍ਹੇ ਦਿਨ ਪਹਿਲਾਂ ਉਹਨਾਂ ਦਾ ਕੀ ਕਹਿੰਦੇ ਲਾਈਕ ਸ਼ੀ ਪਾਸਡ ਅਵੇ। ਉਹ ਮੈਨੂੰ ਦੇਖ ਹੀ ਨਹੀਂ ਸਕੇ ਕਿ ਵੀ ਲਾਈਕ ਕਿ ਵੀ ਮੈਂ ਕੈਨੇਡਾ ਚੱਲਿਆ ਆ,
ਕਿਉਂਕਿ ਉਹਨਾਂ ਦਾ ਇੱਕ ਤੁਸੀਂ ਕਹ ਲਓ ਕਿ ਮੈਂ ਇੱਕ ਸੁਪਨਾ ਪੂਰਾ ਕਰਨ ਆਇਆ ਸੀ ਕਿ ਮੇਰਾ ਬੱਚੇ ਨੇ ਜਾਣਾ ਹੈ, ਕਿਉਂਕਿ ਉਹਨਾਂ ਦਾ ਡ੍ਰੀਮ ਸੀਗਾ ਕਿ ਜਦੋਂ ਵੀ ਰਿਪੂ ਆਵੇ ਤੇ ਮੇਰੇ ਕੋਲ ਮੇਰਾ ਜਿਹੜਾ ਕਿਊਬੈਕ ਵਾਲਾ ਘਰ ਹੈਗਾ, ਮੌਂਟਰੀਅਲ ਰਹਿੰਦੇ ਸੀਗੇ ਕਿ ਵੀ ਉੱਥੇ ਰਵੇ। ਔਰ ਫਿਰ ਜਦੋਂ 2003 ਦੇ ਵਿੱਚ ਮੈਂ ਜਦੋਂ ਇੱਥੇ ਲੈਂਡ ਕੀਤਾ ਤੇ ਮੇਰੇ ਨਾਨਾ ਜੀ ਜਿਹੜੇ ਹੈਗੇ ਉਹਨਾਂ ਨੇ ਉੱਥੇ ਸਟੇ ਕਰਨਾ ਸ਼ੁਰੂ ਕਰ ਦਿੱਤਾ ਸੀ ਜਲੰਧਰ ਦੇ ਵਿੱਚ ਹੀ। ਅੱਛਾ ਜੀ। ਹਾਂਜੀ, ਕਿਉਂਕਿ ਸਾਡੇ ਘਰ ਦੇ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਏਜ ਕਾਫੀ ਹੋਈ ਸੀ ਗਰੋਇੰਗ ਏਜ ਕਰਕੇ। ਤੇ ਉਸ ਵੇਲੇ ਫਿਰ ਜਦੋਂ ਮੈਂ 2003 ਦੇ ਵਿੱਚ ਇੱਥੇ ਲੈਂਡ ਕੀਤਾ ਤੇ ਮੇਰਾ ਇੱਕ ਕਹਾਂਗੇ ਤੁਸੀਂ ਕਹੋ ਕਿ ਬਚਪਨ ਦਾ ਫਰੈਂਡ ਤਾਂ ਨਹੀਂ ਮੈਂ ਕਹੂੰਗਾ, ਪਰ ਮੈਂ ਕਹਾਂਗਾ ਕਿ ਜਵਾਨੀ ਦੇ ਦਿਨਾਂ ਦਾ ਮੇਰਾ ਇੱਕ ਫਰੈਂਡ ਜਿਹੜਾ ਆਪਣੇ ਜਿਹੜਾ ਇੱਕ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਜਦੋਂ ਮੇਰੀ ਇੱਕ ਫਰੈਂਡਸ਼ਿਪ ਸ਼ੁਰੂ ਹੋਈ, ਉਹ ਦੋ ਫਰੈਂਡ ਜਿਹੜੇ ਸੀਗੇ ਉਹਨੇ ਮੈਨੂੰ ਆਪਣੇ ਕੀ ਕਹਿੰਦੇ ਲੈਣ ਆਏ ਸੀਗੇ। ਅੱਛਾ ਜੀ। 2003 ਦੇ ਵਿੱਚ ਉਹ ਮੈਨੂੰ ਦਿਨ ਅੱਜ ਵੀ ਯਾਦ ਹੈ ਜੀ। ਜਦੋਂ ਮੈਂ ਜਹਾਜ਼ ਦੇ ਵਿੱਚ ਪਹਿਲੀ ਵਾਰੀ ਬੈਠਿਆ ਤੇ ਕੈਨੇਡਾ ਵਾਸਤੇ ਮਤਲਬ, ਔਰ ਜਦੋਂ ਮੈਂ ਉੱਥੇ ਜਰਨੀ ਸ਼ੁਰੂ ਕੀਤੀ ਮਾਈਂਡ ਦੇ ਵਿੱਚ ਬਹੁਤ ਕੁਝ ਸੀਗਾ ਕਿ ਉੱਥੇ ਕਿਉਂਕਿ ਇੰਡੀਆ ਦੇ ਵਿੱਚ ਤੁਹਾਡੇ ਮਾਈਂਡ ਦੇ ਵਿੱਚ ਕੋਈ ਬੋਝ ਨਹੀਂ ਹੁੰਦਾ ਕਿ ਲਾਈਕ ਤੁਸੀਂ ਜਦੋਂ ਕੰਮ ਵੀ ਕਰਨਾ ਆ, ਕਿਉਂਕਿ ਤੁਹਾਡੇ ਪੇਰੈਂਟਸ ਹੈਗੇ ਤੁਹਾਨੂੰ ਹਮੇਸ਼ਾ ਸਪੋਰਟ ਕਰਨ ਲਈ। ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ, ਘਰ ਵੀ ਆਪਣਾ, ਪੇਰੈਂਟਸ ਨੇ ਕਦੀ ਕੋਈ ਫਿਕਰ ਫਾਕਾ ਨਹੀਂ ਹੋਣ ਦਿੱਤਾ। ਜੌਬ ਕਰ ਲਈ ਤਾਂ ਵੀ ਠੀਕ ਹੈ, ਜੌਬ ਨਹੀਂ ਵੀ ਕੀਤੀ ਤਾਂ ਵੀ ਠੀਕ ਹੈ, ਕਿ ਵੀ ਆਰ ਆਲਵੇਜ਼ ਦੇਅਰ। ਪੈਸੇ ਦੇ ਦਿਓ ਜੀ, ਤੇਲ ਪਾਉਣਾ ਆ, ਬਿਲਕੁਲ ਵੀ ਥੋੜੇ ਜਿਹੇ ਕੈਸ਼ ਦੇ ਦਿਓ ਜੀ, ਬਾਹਰ ਖਾਣਾ ਪੀਣਾ। ਉਹਨਾਂ ਨੇ ਹਮੇਸ਼ਾ ਹਰ ਇੱਕ ਪਾਸੇ ਸਪੋਰਟ ਕੀਤੀ। ਹਾਂਜੀ। 2003 ਦੇ ਵਿੱਚ ਜਦੋਂ ਮੈਂ ਇੱਥੇ ਲੈਂਡ ਕੀਤਾ 17 ਅਕਤੂਬਰ ਨੂੰ 2003 ਦੇ ਵਿੱਚ, ਤੇ ਉਹ ਥੋੜੀ ਜਿਹੀ ਸਰਦੀ ਚੱਲਦੀ ਪਈ ਸੀ। ਅੱਛਾ ਜੀ। ਜਦੋਂ ਸਰਦੀ ਚੱਲੀ ਤੇ ਮੈਂ ਜਹਾਜ਼ ਦੇ ਵਿੱਚੋਂ ਬਾਹਰ ਨਿਕਲਿਆ ਪਹਿਲੀ ਵਾਰੀ ਤੇ ਆ ਕੇ ਇੱਕ ਡਿਫਰੈਂਟ ਵਰਲਡ ਮੈਨੂੰ ਜ਼ਰੂਰ ਲੱਗਿਆ। ਇੱਕ ਮੈਨੂੰ ਫ਼ਰਕ ਜ਼ਰੂਰ ਮਹਿਸੂਸ ਹੋਇਆ ਕਿਉਂਕਿ ਮੈਂ ਇੰਡੀਆ ਤੋਂ ਜਦੋਂ ਫਲਾਈਟ ਫੜੀ ਸੀ ਨਵੀਂ ਦਿੱਲੀ 에ਅਰਪੋਰਟ ਤੋਂ, ਨਵੀਂ ਦਿੱਲੀ ਚੋਂ ਨਿਕਲ ਰਿਹਾ, ਪਰ ਜਦੋਂ ਮੈਂ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਪੀਅਰਸਨ 에ਅਰਪੋਰਟ ਦੇ ਉੱਤੇ ਲੈਂਡ ਕੀਤਾ, ਸ਼ਾਮ ਦਾ ਟਾਈਮ ਸੀਗਾ, ਅਪਰੋਕਸੀਮੇਟਲੀ 7 ਜਾਂ 8 ਵਜੇ ਸੀਗੇ, ਤੇ ਮੈਂ ਇੱਕ ਸਿਸਟਮ ਦੇਖ ਰਿਹਾ ਸੀਗਾ ਕਿ ਵੀ ਲਾਈਕ ਮੈਨੂੰ ਕਿੰਨੀ ਆਪਣੇ ਕੋਈ ਵੀ ਮੈਨੂੰ ਪਰੇਸ਼ਾਨੀ ਨਹੀਂ ਹੋਈ। ਉਹ ਥੋੜ੍ਹਾ ਜਿਹਾ ਉਸ ਵੇਲੇ ਮੈਨੂੰ ਲੱਗਿਆ ਕਿ ਵੀ ਲਾਈਕ ਯਾਰ ਮੈਨੂੰ ਇੱਥੇ ਕੋਈ ਪਰੇਸ਼ਾਨੀ ਨਹੀਂ ਹੋਈ ਆਉਣ ਲੱਗੇ। ਇਮੀਗ੍ਰੇਸ਼ਨ ਵੀ ਮੇਰੀ ਕਲੀਅਰ ਹੋ ਗਈ ਆ, ਮੇਰਾ ਸਮਾਨ ਆ ਗਿਆ, ਕਿਉਂਕਿ ਅੱਗੇ ਪਿੱਛੇ ਜਾਂਦੇ ਸੀਗੇ ਤਾਂ ਕਈ ਵਾਰੀ ਘੋਲਣਾ ਪੈਂਦਾ ਸੀਗਾ ਕਿ ਸਮਾਨ ਕਿੱਥੇ ਹੈ, ਬਾਕੀ ਸਾਰੀਆਂ ਚੀਜ਼ਾਂ ਕਰੋ। ਉਹ ਬੜਾ ਸਮੂਥਲੀ ਆਇਆ ਤੇ ਮੇਰੇ ਫਰੈਂਡਸ ਬਾਹਰ ਖੜੇ ਸੀਗੇ ਤੇ ਥੋੜੀ ਜਿਹੀ ਠੰਡ ਹੋ ਰਹੀ ਸੀ, ਅਕਤੂਬਰ ਦਾ ਮਹੀਨਾ ਸੀਗਾ ਤੇ ਮੈਂ ਪਾਈ ਸੀ ਇੱਕ ਸਿਰਫ ਕਮੀਜ਼। ਉਹ ਕਹਿੰਦੇ ਜੀ ਜੈਕਟ ਪਾ ਲਓ। ਮੈਂ ਕਿਹਾ ਜੀ ਕੀ ਗੱਲ ਹੋਈ? ਮੈਂ ਕਿਹਾ ਇੱਥੇ ਗਰਮੀ ਹੈਗੀ ਹੈ। ਕਹਿੰਦੇ ਨੇ ਜਦੋਂ ਅਸੀਂ ਹੁਣ ਬਾਹਰ ਨਿਕਲਣਾ ਨਾ ਤੁਹਾਨੂੰ ਪਹਿਲੀ ਠੰਡ ਜ਼ਰੂਰ ਮਹਿਸੂਸ ਹੋਣੀ ਹੈ। ਤੇ ਉਹ ਮੇਰੇ ਲਈ ਜੈਕਟ ਲੈ, ਉਹਨਾਂ ਨੂੰ ਪਤਾ ਸੀਗਾ ਕਿ ਮੈਂ ਜੈਕਟ ਨਹੀਂ ਪਾਈ ਹੋਊਗੀ, ਮੇਰੀ ਜੈਕਟ ਲੈ ਕੇ ਆਇਆ ਸੀ ਮੇਰਾ ਫਰੈਂਡ ਔਰ ਕੀ ਕਹਿੰਦੇ ਹਰਬਿੰਦਰ। ਔਰ ਕੀ ਕਹਿੰਦੇ ਜਦੋਂ ਜੈਕਟ ਲੈ ਕੇ ਮੈਂ ਉਹਨਾਂ ਦੇ ਨਾਲ ਬੈਠਿਆ, ਜਦੋਂ ਬਾਹਰ ਨਿਕਲਿਆ ਤੇ ਲਾਈਕ ਆਈ ਵਾਜ਼ ਥਿੰਕਿੰਗ ਕਿ ਵੀ ਲਾਈਕ ਜਿਵੇਂ ਆਪਣੇ ਹੁੰਦਾ ਕਿ ਇੰਡੀਆ ਦੇ ਵਿੱਚ ਤਾਂ ਆਪਾਂ ਦੇਖਦੇ ਹਾਂ ਕਿ ਵੀ ਗੱਡੀ 'ਚ ਬੈਠਦੇ ਸਾਡੇ ਪਹਿਲਾਂ ਹੌਰਨ ਸ਼ੁਰੂ ਹੁੰਦੇ ਆ, ਫਿਰ ਆਪਾਂ ਬੈਲਟ ਨਹੀਂ ਲਾਣੀ ਕਿਉਂਕਿ ਸਿਸਟਮ 'ਚ ਨਹੀਂ ਸੀ ਹੈਗਾ, ਤੇ ਅਸੀਂ ਉਹ ਸਿਸਟਮ ਨੂੰ ਅਡਾਪਟ ਕੀਤਾ ਹੋਇਆ ਸੀਗਾ। ਤੇ ਜਦੋਂ ਮੈਂ ਗੱਡੀ 'ਚ ਬੈਠਿਆ ਤੇ ਪਹਿਲਾਂ ਸਭ ਤੋਂ ਪਹਿਲਾਂ ਹੁਕਮ ਹੋਇਆ ਜੀ, ਹਰਬਿੰਦਰ ਜੀ ਕਹਿੰਦੇ ਜੀ ਬੈਲਟ ਲਾਓ। ਮੈਂ ਕਿਹਾ ਆਰ ਯੂ ਸ਼ੋਰ? ਕਹਿੰਦੇ ਹਾਂਜੀ ਬਿਲਕੁਲ ਬੈਲਟ ਲਾਣੀ। ਮੈਂ ਕਿਹਾ ਜੀ ਬਿਲਕੁਲ ਲਾਣੇ ਆ ਬੈਲਟ। ਬੈਲਟ ਲਾਈ ਤੇ ਫਿਰ ਉਸ ਤਰੀਕੇ ਨਾਲ ਮੇਰੀ ਜਰਨੀ ਸ਼ੁਰੂ ਹੋਈ। ਉੱਥੇ ਸਟਾਰਟ ਕਰਤਾ ਤੁਸੀਂ? ਹਾਂਜੀ, ਮੈਂ ਉੱਥੇ ਸਟਾਰਟ ਕੀਤਾ। ਇਹਨਾਂ ਰਿਪੂ ਜੀ ਨਾਲ ਗੱਲਬਾਤ ਜਾਰੀ ਰਹੇਗੀ। ਬਹੁਤ ਹੀ ਆਨੰਦ ਵਾਲੀਆਂ ਗੱਲਾਂ ਕਰ ਰਹੇ ਨੇ, ਬਹੁਤ ਹੀ ਮਜ਼ਾ ਆ ਰਿਹਾ ਇਹਨਾਂ ਨਾਲ ਗੱਲਾਂ ਕਰਕੇ, ਬਟ ਕੁਛ ਹੀ ਸਮੇਂ ਤੋਂ ਬਾਅਦ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ। ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ। ਗੱਲਬਾਤ ਜਾਰੀ ਹੈ ਜੀ ਸਰਦਾਰ ਰਿਪੂ ਦਮਨ ਸਿੰਘ ਢਿੱਲੋਂ ਜੀ ਨਾਲ, ਜਿਹੜੇ ਕਿ ਆਪਣੇ ਸਫ਼ਰ ਬਾਰੇ ਸਾਡੇ ਨਾਲ ਗੱਲ ਕਰ ਰਹੇ ਆ ਤੇ ਸਾਨੂੰ ਆਪਣੇ ਐਕਸਪੀਰੀਅੰਸ ਤੇ ਆਪਣਾ ਸਫ਼ਰ ਦੱਸ ਰਹੇ ਆ ਵੀ ਕਿੱਦਾਂ ਦਾ ਸਫ਼ਰ ਰਿਹਾ ਹੈ ਉਹਨਾਂ ਦਾ ਅੱਜ ਤੱਕ। ਗੱਲ ਕਰਦੇ ਹਾਂ। ਹਾਂਜੀ ਰਿਪੂ ਜੀ, ਤੇ ਰਿਪੂ ਜੀ ਫਿਰ ਤੁਸੀਂ ਉਹ ਤੁਹਾਡਾ ਫਸਟ ਜਰਨੀ ਸੀ, ਤੁਸੀਂ ਆਏ ਕੈਨੇਡਾ, ਫਿਰ ਇੱਥੇ ਆ ਕੇ ਸਿਸਟਮ ਲਰਨ ਕੀਤਾ, ਤੁਹਾਡੇ ਦੋਸਤਾਂ ਨੇ ਦੱਸਿਆ ਹੋਣਾ ਜੀ ਹੁਣ ਆਪਾਂ ਆਹ ਅਪਲਾਈ ਕਰਨਾ ਆ, ਤੁਸੀਂ ਜੌਬ ਕਰਨੀ ਹੈ। ਤੁਸੀਂ ਪਹਿਲਾਂ ਕਦੀ ਇੰਡੀਆ ਦੇ ਵਿੱਚ ਜੌਬ ਕੀਤੀ ਕਿ ਨਹੀਂ? ਜੀ ਬਿਲਕੁਲ, ਮੈਂ ਇੰਡੀਆ ਦੇ ਵਿੱਚ ਜੌਬ ਕੀਤੀ ਹੈ ਜੀ, ਔਰ ਆਪਣੇ ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ। ਔਰ ਮੈਂ 1992 ਤੋਂ ਲੈ ਕੇ 2003 ਤੱਕ ਜਦੋਂ ਮੈਂ ਕੈਨੇਡਾ ਆਪਣੇ ਲੈਂਡ ਕੀਤਾ ਆ, ਉੱਥੇ ਇੱਕ ਕਾਫੀ ਵੱਡੀ ਕੰਪਨੀ ਹੈਗੀ ਆ, ਉਹਦੇ ਵਿੱਚ ਮੈਂ ਜੌਬ ਵੀ ਕੀਤੀ 11 ਸਾਲ ਔਰ ਐਜ਼ ਅ ਸੀਨੀਅਰ ਮੈਡੀਕਲ ਰਿਪਰੈਜ਼ੈਂਟੇਟਿਵ। ਅੱਛਾ ਜੀ। ਹਾਂਜੀ, ਔਰ ਉਹਦੇ ਵਿੱਚ ਫਿਰ ਕੀ ਕਹਿੰਦੇ ਉਸ ਜੌਬ ਦੇ ਡਿਊਰਿੰਗ ਮੈਨੂੰ ਆਪਣਾ ਇੱਕ ਕਹਿ ਲਓ ਕਿ ਪੀਪਲਸ ਸਕਿੱਲ ਕਿ ਵੀ ਇੱਕ ਪੀਪਲਸ ਸਕਿੱਲ ਕਿ ਵੀ ਲਾਈਕ ਆਪਾਂ ਇੱਕ ਦੂਸਰੇ ਨਾਲ ਰਿਲੇਸ਼ਨ ਕਿਵੇਂ ਬਣਾਉਣੇ, ਕਿ ਵੀ ਕੋਈ ਵੀ ਅਣਜਾਣ ਆਪਾਂ ਸ਼ਖਸੀਅਤ ਨੂੰ ਮਿਲਣਾ, ਅਣਜਾਣ ਕਿਸੇ ਵੀ ਬੰਦੇ ਨੂੰ ਮਿਲਣਾ ਹੈਗਾ ਆ। ਉੱਥੇ ਫਿਰ ਉਹਦਾ ਸੀਗਾ ਕਿ ਵੀ ਤੁਸੀਂ ਜਾਣਾ ਹੈ, ਡਾਕਟਰਸ ਨੂੰ ਮਿਲਣਾ ਹੈ, ਗੱਲਬਾਤ ਕਰਨੀ ਹੈ ਆਪਣੇ ਪ੍ਰੋਡਕਟਸ ਬਾਰੇ। ਉਹ ਫਿਰ ਮੈਨੂੰ ਉਹ ਜਿਹੜਾ 11 ਸਾਲ ਦਾ ਸਪੈਨ ਸੀਗਾ ਉਹਨੇ ਬਹੁਤ ਕੁਝ ਸਿਖਾਇਆ ਕਿ ਜਿਹਦੇ ਡਿਊਰਿੰਗ ਮੈਂ ਆਪਣੀ ਲਾਈਫ ਦੇ ਵਿੱਚ ਮੈਂ ਕਹਿ ਸਕਦਾ ਕਿ ਵੀ ਮਤਲਬ ਜੋ ਵੀ ਅੱਜ ਮੈਂ ਹੈਗਾ ਉਹ 11 ਸਾਲ ਦਾ ਜਿਹੜਾ ਮੇਰਾ ਫਾਰਮਾਸਿਊਟੀਕਲ ਇੰਡਸਟਰੀ ਦਾ ਇੱਕ ਤਜਰਬਾ ਰਿਹਾ। ਔਰ ਇੱਕ ਫਿਰ ਆਪਣੀ ਇੱਥੇ ਕੀ ਕਹਿੰਦੇ ਆ ਫਾਰਮਾਸਿਊਟੀਕਲ ਰਿਪਰੈਜ਼ੈਂਟੇਟਿਵਸ ਦੀ ਐਸੋਸੀਏਸ਼ਨ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਸਾਰਿਆਂ ਦੀ ਆਪਣਾ ਪ੍ਰੋਬਲਮਸ ਨੂੰ ਆਪਾਂ ਕਹਿ ਲਈਏ ਕਿ ਵੀ ਸੁਣਨ ਦਾ ਮੌਕਾ ਮਿਲਿਆ ਔਰ ਉਹਨਾਂ ਨੂੰ
ਰਿਜ਼ੋਲਵ ਕਿਸ ਤਰੀਕੇ ਨਾਲ ਕਰਨਾ, ਮੈਨੇਜਮੈਂਟਸ ਦੇ ਨਾਲ ਬੈਠ ਕੇ ਉਹਨਾਂ ਦਾ ਕੀ ਕਹਿੰਦੇ ਰਿਜ਼ੋਲਵ ਕਰਨ ਦਾ ਮੌਕਾ ਮਿਲਿਆ। ਸੋ ਉਹ 11 ਸਾਲ ਨੇ ਬਹੁਤ ਕੁਝ ਸਿਖਾਇਆ ਸੀਗਾ ਕਿ ਟਫ ਕੰਡੀਸ਼ਨਸ ਵੀ ਹੁੰਦੀਆਂ ਨੇ, ਕਿਉਂਕਿ ਸੇਲਸ ਜਿਹੜੀ ਹੈਗੀ ਹੈ ਜੀ ਇੱਕ ਤਰੀਕੇ ਦੀ ਤੁਸੀਂ ਕੋਈ ਵੀ ਕਹ ਲਓ ਜ਼ਿੰਦਗੀ ਦੇ ਵਿੱਚ। ਮੈਂ ਜੋ ਇੱਕ ਚੀਜ਼ ਮੋਨਾ ਜੀ ਰਿਅਲਾਈਜ਼ ਕਰਦਾ ਹਾਂ ਕਿ ਜ਼ਿੰਦਗੀ ਇੱਕ ਸੇਲਸ ਹੀ ਹੈ ਜੀ, 99% ਕਿ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਸੈਲ ਕਰਨਾ ਜਾਂ ਐਕਸੈਲ ਕਰਨਾ ਹੈ। ਤੁਸੀਂ ਐਕਸੈਲ ਕਿਵੇਂ ਕਰਨਾ ਆ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ। ਸੋ ਉਹ 11 ਸਾਲ ਨੇ ਜਿਹੜਾ ਮੇਰਾ ਤਜਰਬਾ, ਉਹਨੇ ਮੇਰਾ ਬਹੁਤ ਸਾਥ ਦਿੱਤਾ। ਔਰ ਉਹ ਜਿਹੜੇ 11 ਸਾਲ ਦਾ ਤਜਰਬਾ ਜਿਹੜਾ ਹੈਗਾ, ਜਦੋਂ ਮੈਂ ਇੱਥੇ ਆ ਕੇ ਨਰਚਰ ਕਰਨਾ ਸ਼ੁਰੂ ਕੀਤਾ ਤੇ ਉਹ ਕੀ ਕਹਿੰਦੇ ਆ, ਉਹ ਜਿਹੜਾ ਤਜਰਬਾ ਰਿਹਾ ਮੇਰੇ ਲਈ, ਤੇ ਮੈਂ ਕਹੂੰਗਾ ਕਿ ਅੱਜ ਜਿਹੜੇ ਵੀ ਅਸੀਂ ਮੁਕਾਮ ਦੇ ਉੱਤੇ ਇੱਥੇ ਬੈਠੇ ਹਾਂ, ਆਪਣੀ ਮਿਹਨਤ ਵੀ ਕੀਤੀ ਹੈ, ਸਭ ਕੁਝ ਕੀਤਾ, ਪਰ ਉਹ 11 ਸਾਲ ਦਾ ਇੱਕ ਤਜਰਬਾ। ਔਰ ਇਹਦੇ ਨਾਲ ਨਾਲ ਮੇਰੀ ਜਿਹੜੀ ਆਪਣੇ ਮੈਂ ਕਹੂੰਗਾ ਕਿ ਗ੍ਰੈਂਡ ਮਦਰ, ਉਹਨਾਂ ਦੀ ਜਿਹੜੀ ਬਲੈਸਿੰਗਸ ਰਹੀਆਂ, ਪੇਰੈਂਟਸ ਦੀ ਤਾਂ ਹਮੇਸ਼ਾ ਹੀ ਬਲੈਸਿੰਗਸ ਨੇ, ਤੇ ਪਰ ਉਹਨਾਂ ਦੀ ਬਲੈਸਿੰਗਸ ਦੇ ਸਦਕਾ ਅਸੀਂ ਅੱਜ ਇੱਥੇ ਬੈਠੇ। ਸੋ ਤੁਸੀਂ ਆਲਰੇਡੀ ਹੀ ਮਤਲਬ ਕੀ ਕਹਿ ਸਕਦੇ ਹਾਂ ਵੀ ਜਿਵੇਂ ਤੁਸੀਂ ਅੱਧਾ ਪਚੱਧਾ ਪੱਕ ਕੇ ਆਏ ਸੀ ਇੰਡੀਆ ਤੋਂ, ਜਿਵੇਂ ਨਾ ਵੀ ਹਾਂਡੀ ਨੂੰ ਪਕਾਈਦਾ ਆ, ਸੋ ਤੁਸੀਂ ਉਹ ਅੱਧਾ ਪੱਕ ਕੇ ਆਏ, ਬਾਕੀ ਤੁਸੀਂ ਇੱਥੇ ਆ ਕੇ ਜੋ ਤੁਸੀਂ ਉੱਥੋਂ ਦਾ ਸਿਸਟਮ ਟੋਟਲੀ ਡਿਫਰੈਂਟ ਆ, ਰਾਈਟ? ਤੁਸੀਂ ਉੱਥੇ ਕਸਟਮਰ ਸਰਵਿਸ ਜਾਂ ਉੱਥੇ ਪੀਪਲ ਸਕਿੱਲ ਬਹੁਤ ਘੱਟ ਲੋਕਾਂ ਨੂੰ ਪਤਾ। ਹੁਣ ਬਹੁਤ ਚੇਂਜ ਹੋ ਗਿਆ, ਬਟ ਅਗਰ ਆਪਾਂ ਉਸ ਪੁਰਾਣੇ ਟਾਈਮ ਦੀ ਗੱਲ ਕਰੀਏ ਤੇ ਉਦੋਂ ਤੁਸੀਂ ਕੋਈ ਮਾਰਕੀਟਿੰਗ ਕਰਨੀ ਆ ਜਾਂ ਕੋਈ ਸੇਲ ਕਰਨੀ ਆ ਜਾਂ ਕਿਸੇ ਨਾਲ ਗੱਲ ਕਰਨੀ ਆ, ਬਟ ਤੁਸੀਂ ਕਿਸਮਤ ਵਾਲੇ ਸੀ ਵੀ ਤੁਹਾਡਾ ਪੜ੍ਹੇ ਲਿਖਿਆਂ ਨਾਲ ਹੀ ਜ਼ਿਆਦਾ ਵਾਹ ਪੈ ਰਿਹਾ ਸੀ, ਬਿਕੋਜ਼ ਡਾਕਟਰਸ ਆਰ ਐਜੂਕੇਟਿਡ। ਤੇ ਜੇ ਤੁਸੀਂ ਉੱਦਾਂ ਕਹੋ ਵੀ ਨਾਰਮਲ ਤੁਸੀਂ ਸੇਲਸ ਦੇ ਵਿੱਚ ਜਾਣਾ ਹੈ, ਇਟਸ ਰੀਅਲੀ ਹਾਰਡ ਵੀ ਉੱਥੇ ਤੁਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਜਾਂ ਕਿਸੇ ਚੀਜ਼ ਨੂੰ ਸੈਲ ਕਰਨਾ। ਇੰਡੀਆ ਉਹ ਇਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰਦੇ ਹਜੇ। ਹਾਂਜੀ ਬਿਲਕੁਲ ਰਾਈਟ। ਤੇ ਉਹ ਇੱਥੇ ਆ ਕੇ ਉਹ ਜਿਹੜਾ ਤੁਹਾਡਾ ਚਾਹੇ ਟਫ ਪੀਰੀਅਡ ਵੀ ਵਿੱਚ ਰਿਹਾ ਹੋਵੇ ਨਾ ਰਿਹਾ ਹੋਵੇ, ਉਹ ਤੁਹਾਡਾ ਇੱਥੇ ਕਾਫੀ ਈਜ਼ੀ ਰਿਹਾ ਹੋਏਗਾ। ਬਿਲਕੁਲ। ਪਰ ਤੁਹਾਡੀ ਫਰਸਟ ਜੌਬ ਕਿਹੜੀ ਸੀ ਇੱਥੇ? ਮੇਰੀ ਸਭ ਤੋਂ ਪਹਿਲੀ ਜੌਬ ਰਹੀ ਜੀ ਕੈਨੇਡੀਅਨ ਟਾਇਰ ਦੇ ਵਿੱਚ। ਅੱਛਾ ਜੀ। ਇੱਥੇ ਵੀ ਮੈਂ ਆਪਣੇ ਜ਼ਰੂਰ ਉਹ ਟਾਈਮ ਦੇ ਵਿੱਚ ਯਾਦ ਕਰਾਂਗਾ। ਮੇਰੇ ਇੱਕ ਤੁਸੀਂ ਕਹਿ ਲਓ ਕਿ ਵੀ ਮੇਰੇ ਬ੍ਰਦਰ ਦੀ ਤਰ੍ਹਾਂ ਨੇ। ਹਰਵਿੰਦਰ ਤਾਂ ਹਮੇਸ਼ਾ ਮੇਰੇ ਨਾਲ ਰਿਹਾ, ਕਿਉਂਕਿ ਐਜ਼ ਏ ਫਰੈਂਡ ਔਰ ਐਜ਼ ਏ ਮਤਲਬ ਕਿ ਸਪੋਰਟਿਵ। ਔਰ ਉਸ ਤੋਂ ਬਾਅਦ ਸਾਡੇ ਇੱਕ ਫਰੈਂਡ ਹੈਗੇ ਨੇ ਜੀ ਅਮਰਜੀਤ ਸਿੰਘ ਆਪਣੇ, ਠੀਕ ਹੈ ਨਾ ਜੀ, ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਬਾਜਵਾ ਸਾਹਿਬ ਕਹਿੰਦੇ ਹਾਂ, ਮੈਂ ਉਹਨਾਂ ਨੂੰ ਬ੍ਰਦਰ ਦੀ ਤਰ੍ਹਾਂ ਟਰੀਟ ਕਰਦਾ ਹਾਂ। ਅਤੇ ਪਹਿਲੀ ਰਾਤ ਮੇਰੀ ਉਹ ਜਦੋਂ ਕੈਨੇਡਾ ਦੇ ਸੀਗੇ ਉਹਨਾਂ ਦੇ ਘਰ ਸੀਗੀ। ਅੱਛਾ। ਅਤੇ ਉਹਨਾਂ ਨੇ ਕਿਹਾ ਕਿ ਰਿਪੂ ਤੂੰ ਜੌਬ ਕਰਨੀ। ਮੈਂ ਕਿਹਾ ਜੀ ਭਾਅ ਜੀ ਹੁਣ ਤਾਂ ਕੈਨੇਡਾ ਆ ਗਏ ਹਾਂ, ਹੁਣ ਤੁਸੀਂ ਜੋ ਕਹੋਗੇ ਅਸੀਂ ਕਰਨਾ ਹੈ, ਤੁਸੀਂ ਦੱਸੋ ਜੀ, ਗਾਈਡ ਕਰੋ। ਕਾਫੀ ਸਾਰੀਆਂ ਚੀਜ਼ਾਂ ਉਹਨਾਂ ਨੇ ਗਾਈਡ ਕੀਤੀਆਂ, ਉਹਨਾਂ ਨੇ ਥੋੜ੍ਹਾ ਜਿਹਾ ਕਲਚਰ ਦੱਸਿਆ। ਉਹਨਾਂ ਨੇ 2-3 ਚੀਜ਼ਾਂ ਮੈਨੂੰ ਜ਼ਰੂਰ ਕੀਤੀਆਂ ਮੈਂ ਪਹਿਲੀ ਜੌਬ 'ਤੇ ਆਉਣ ਤੋਂ ਪਹਿਲਾਂ ਕਹਿਣਾ। ਉਹ ਕਹਿੰਦੇ ਰਿਪੂ ਇੱਥੇ 2-3 ਚੀਜ਼ਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ। ਇੱਥੇ ਕਿਸੇ ਨੂੰ ਇਹ ਨਹੀਂ ਪੁੱਛਣਾ ਤੁਸੀਂ ਕਿੱਥੇ ਚੱਲੇ ਹੋ। ਮੈਂ ਕਿਹਾ ਜੀ ਠੀਕ। ਤੁਸੀਂ ਕਿੰਨਾ ਕਮਾਉਂਦੇ ਹੋ? ਮੈਂ ਕਿਹਾ ਜੀ ਠੀਕ। ਅਤੇ ਤੁਸੀਂ ਕਿੰਨੇ ਵਜੇ ਆਉਣਾ ਹੈ? ਕਹਿੰਦੇ 2-3-4 ਚੀਜ਼ਾਂ ਜਿਹੜੀਆਂ ਹੈਗੀਆਂ ਆਪਣੀ ਤੁਸੀਂ ਇੱਕ ਗੰਢ ਬੰਨ੍ਹ ਲੈਣੀ ਆ, ਇਹ ਇੱਕ ਮੂਲ ਮੰਤਰ ਆ ਕੈਨੇਡਾ ਦਾ, ਤੁਸੀਂ ਕਿਸੇ ਨੂੰ ਇਹ ਨਹੀਂ ਪੁੱਛਣਾ। ਮੈਂ ਕਿਹਾ ਜੀ ਠੀਕ ਹੈ ਜੀ। ਮੈਂ ਕਿਹਾ ਭਾਅ ਜੀ ਅੱਜ ਤੋਂ ਇਹ ਗੰਢ ਬੰਨ੍ਹ ਲਈ ਹੈ। ਔਰ ਮੋਨਾ ਜੀ 17 ਸਾਲ ਹੋ ਗਏ ਨੇ, ਔਰ ਇਹ ਚੀਜ਼ ਜਿਹੜੀ ਹੈਗੀ ਹੈ ਮੈਨੂੰ ਹਮੇਸ਼ਾ ਯਾਦ ਰਹੀ ਕਿ ਕਿਸੇ ਨੂੰ ਇਹ ਨਹੀਂ ਪੁੱਛਣਾ ਤੁਸੀਂ ਆਏ ਕਿੱਥੋਂ ਆਏ ਹੋ, ਕਿੱਥੇ ਕੰਮ ਕਰਦੇ ਹੋ, ਕਿੰਨਾ ਕਮਾਉਂਦੇ ਹੋ, ਕਿਉਂਕਿ ਉਹਨਾਂ ਨੇ ਮੂਲ ਮੰਤਰ ਦਿੱਤਾ। ਔਰ ਜਿਹੜਾ ਕਿ ਅੱਜ ਮੈਂ ਅੰਡਰਸਟੈਂਡ ਕਰਦਾ ਕਿ ਵੀ ਲਾਈਕ ਯੈਸ, ਕਿਉਂਕਿ ਆਪਾਂ ਇੱਕ ਡਿਫਰੈਂਟ ਸੁਸਾਇਟੀ ਦੇ ਵਿੱਚ ਆਏ ਹਾਂ ਕਿ ਜਿੱਥੇ ਸਿਰਫ ਤੁਸੀਂ ਆਪਣੇ ਇੱਕ ਫੈਮਿਲੀ ਮੈਂਬਰਸ ਦੇ ਨਾਲ ਬੈਠ ਕੇ ਜਿਹੜੀਆਂ ਚੀਜ਼ਾਂ ਡਿਸਕਸ ਕਰ ਸਕਦੇ, ਬਟ ਬਾਹਰ ਨਹੀਂ। ਅਤੇ ਉਹਨਾਂ ਨੇ ਕਿਹਾ ਜੀ ਰਿਪੂ ਹੁਣ ਜੌਬ ਸ਼ੁਰੂ ਕਰਨੀ। ਮੈਂ ਕਿਹਾ ਜੀ ਠੀਕ। ਕਹਿੰਦੇ ਫਾਈਂਡ ਆਊਟ ਕਰਦੇ ਹਾਂ। ਅਤੇ ਉਹਨਾਂ ਨੇ ਤੀਜੇ ਦਿਨ ਮੈਨੂੰ ਕਿਹਾ ਜੀ ਉਹਨਾਂ ਦੇ ਸਿਸਟਰ ਹੈਗੇ ਆ, ਉਹਨਾਂ ਨੇ ਕਿਹਾ ਰਿਪੂ ਆਪਣੇ ਕੈਨੇਡੀਅਨ ਟਾਇਰ ਦੀਆਂ ਜੌਬਸ ਨਿਕਲੀਆਂ ਨੇ ਅਤੇ ਅਪਲਾਈ ਕਰਨਾ। ਮੈਂ ਕਿਹਾ ਦੀਦੀ ਤੁਸੀਂ ਮੈਨੂੰ ਦੱਸਣਾ ਹੈ ਹੁਣ, ਕਿਉਂਕਿ ਮੈਨੂੰ ਜਿੱਥੇ ਤੁਸੀਂ ਭੇਜੋਗੇ, ਕਿਉਂਕਿ ਮੇਰੇ ਲਈ ਹਜੇ ਇੱਕ ਤਰੀਕੇ ਦਾ ਨਵਾਂ ਸਿਸਟਮ ਹੈ, ਮੈਨੂੰ ਨਹੀਂ ਪਤਾ ਕਿਸ ਤਰੀਕੇ ਨਾਲ ਹੋਏਗਾ। ਕੈਨੇਡੀਅਨ ਟਾਇਰ ਵੇਅਰ ਹਾਊਸ ਦੀ ਜੌਬ ਆ ਅਤੇ ਅਪਲਾਈ ਕਰੋ। ਮੈਂ ਕਿਹਾ ਜੀ ਠੀਕ ਹੈ। ਕਹਿੰਦੇ ਇੱਕ ਚੀਜ਼ ਦਾ ਧਿਆਨ ਰੱਖਣਾ ਉਹਨੇ ਤੁਹਾਨੂੰ ਕਹਿੰਦੇ ਰਿਪੂ ਭਾਰ ਚੱਕ ਲੈਣਾ ਤੂੰ? ਮੈਂ ਕਿਹਾ ਜੀ ਜਿੰਨਾ ਮਰਜ਼ੀ। ਮੈਂ ਕਿਹਾ ਜੀ ਦੇਖੋ ਹੁਣ ਇਹ ਤਾਂ ਆਪਣੇ ਆ ਗਏ, ਜਿੰਨਾ ਭਾਰ ਕਹਿਣਗੇ ਚੱਕ ਲਾਂਗੇ। ਅਤੇ ਕਹਿੰਦੇ ਠੀਕ ਹੈ। ਉਹਨਾਂ ਦਾ ਕੁਐਸਚਨ ਆਉਣਾ ਕਿ ਵੀ ਲਾਈਕ 50 ਪਾਉਂਡ ਚੱਕ ਲਓਗੇ? ਮੈਂ ਕਿਹਾ ਦੀਦੀ 50 ਪਾਉਂਡ ਕਿ ਮੈਂ ਤਾਂ 100 ਪਾਉਂਡ ਵੀ ਚੱਕ ਲੈਣਾ ਹੈ। ਕਹਿੰਦੇ ਬਸ ਮੈਂ ਇਹੀ ਸੁਣਨਾ ਸੀਗਾ। ਕਹਿੰਦੇ ਇਹ ਕੁਐਸਚਨ ਆਉਣਾ। ਮੈਂ ਕਿਹਾ ਠੀਕ ਹੈ ਜੀ। ਅਤੇ ਅਸੀਂ ਗਏ, ਸਿਲੈਕਟ ਕੀਤਾ ਉਹਨਾਂ ਨੇ। ਕੁਐਸਚਨ ਉਹਨਾਂ ਦਾ ਆਹੀ ਕਿ ਵੀ ਭਾਰ ਚੱਕ ਕੇ ਦਿਖਾਓ ਜੀ। ਅਸੀਂ ਭਾਰ ਚੱਕਣ ਲੱਗਾ ਅਤੇ ਤਰੀਕਾ ਵੀ ਪਤਾ ਸੀਗਾ ਕਿ ਵੀ ਕਿਸ ਤਰੀਕੇ ਨਾਲ ਚੱਕਣਾ ਹੈ, ਕਿਉਂਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਕੀਤੇ ਹੋਏ ਆ ਆਪਾਂ। ਅਤੇ ਭਾਰ ਚੱਕ ਕੇ ਦਿਖਾਇਆ। ਕਹਿੰਦੇ ਜੀ ਡਨ, ਅਤੇ ਤੁਸੀਂ ਕੱਲ੍ਹ ਤੋਂ ਟ੍ਰੇਨਿੰਗ ਦੇ ਉੱਤੇ ਆ ਜਾਓ। ਸੋ ਮੇਰੀ ਜਿਹੜੀ ਜਰਨੀ ਸ਼ੁਰੂ ਹੋਈ ਕੈਨੇਡੀਅਨ ਟਾਇਰ ਦੇ ਵਿੱਚ, ਰਾਤ ਦੀ ਸ਼ਿਫਟ ਮਿਲੀ ਔਰ ਪਹਿਲੇ ਦਿਨ ਮੈਂ ਗਿਆ। ਇਹ ਇੱਕ ਬੜੀ ਫਨੀ ਜਿਹੀ ਗੱਲ ਹੈ ਜੀ, ਕਿਉਂਕਿ ਇੰਡੀਆ ਤੋਂ ਜਦੋਂ ਆਏ ਅਤੇ ਆਈਡੀਆ ਨਹੀਂ ਸੀ ਹੈਗਾ ਕਿ ਵੀ ਆਪਣੇ ਅਸੀਂ ਕਿਸ ਤਰੀਕੇ ਨਾਲ ਜਾਣਾ। ਇੱਕ ਵੇਅਰ ਹਾਊਸ ਦੀ ਜੌਬ ਦਾ ਫ਼ਰਕ ਨਹੀਂ ਪਤਾ ਜਾਂ ਤੁਹਾਨੂੰ ਇੱਕ ਆਫਿਸ ਦੀ ਜੌਬ ਦਾ ਫ਼ਰਕ ਨਹੀਂ ਪਤਾ। ਅਤੇ ਮੈਂ ਆਪਣਾ ਜੀ ਤੁਸੀਂ ਕਹ ਲਓ ਕੋਟ ਪੈਂਟ ਨਹੀਂ ਪਾਇਆ,
ਬਟ ਮੈਨੂੰ ਮੇਰੇ ਉਹ ਜਿਹੜੇ ਭਾਜੀ ਹੈਗੇ ਉਹਨਾਂ ਨੇ ਕਿਹਾ ਸੀਗਾ ਕਿ ਰਿਪੂ ਜਿਹੜੇ ਸੇਫਟੀ ਸ਼ੂਜ਼ ਹੁੰਦੇ ਆ ਨਾ ਕਿ ਵੀ ਅੱਜ ਤਾਂ ਤੂੰ ਆ ਪਾ ਕੇ ਚਲੇ ਜਾ ਮੇਰੇ ਵਾਲੇ, ਕੱਲ ਤੂੰ ਨਵੇਂ ਸੇਫਟੀ ਸ਼ੂਜ਼ ਲੈਣੇ ਆ ਤੇ ਬਾਕੀ ਤੂੰ ਜਿਸ ਤਰ੍ਹਾਂ ਮਰਜ਼ੀ ਦਾ ਸੇਫਟੀ ਸ਼ੂਜ਼ ਦੇ ਬਗੈਰ ਤੈਨੂੰ ਉਹਨਾਂ ਨੇ ਜਾਣ ਨਹੀਂ ਦੇਣਾ। ਮੈਂ ਕਿਹਾ ਠੀਕ ਹੈ ਜੀ। ਆਪਾਂ ਪੈਂਟ ਨਵੀਂ ਪਾਈ ਹੋਈ, ਕੋਟ ਪਾਇਆ ਤੇ ਅੰਦਰ ਮੈਂ ਗਿਆ ਤੇ ਇੰਟਰੋ ਹੋਈ ਤੇ ਉਹ ਕਹਿੰਦੇ ਜੀ ਰਿਪੂ ਆ ਤੁਹਾਡਾ ਬਰੂਮ ਹੈਗਾ, ਆ ਤੁਹਾਡਾ ਏਰੀਆ ਨੂੰ ਸਾਫ਼ ਕਰਨਾ ਸ਼ੁਰੂ ਕਰੋ। ਤੇ ਮੋਨਾ ਜੀ ਇਹ ਚੀਜ਼ ਹੈਗੀ ਕਿ ਵੀ ਉਹ ਜ਼ਿੰਦਗੀ ਦੇ ਵਿੱਚ ਉਹ ਟਾਈਮ ਮੈਨੂੰ ਅੱਜ ਤੱਕ ਨਹੀਂ ਭੁੱਲਿਆ ਔਰ ਉਹਦਾ ਰੀਜ਼ਨ ਸੀਗਾ ਕਿ ਮੈਂ ਆਪਣੇ ਆਪ ਨੂੰ ਸੇਮ ਡੇ ਦੇ ਉੱਤੇ ਚੇਂਜ ਕੀਤਾ ਔਰ ਉਹ ਜਿਹੜਾ ਮੂਮੈਂਟ ਹੈਗਾ ਮੈਂ ਅੱਜ ਵੀ ਪ੍ਰਾਊਡਲੀ ਦੱਸਦਾ ਹਾਂ ਕਿ ਵੀ ਮੈਂ ਗਿਆ ਕੋਟ ਪੈਂਟ ਦੇ ਵਿੱਚ ਜੌਬ ਕਰਨ ਲਈ। ਬਿਲਕੁਲ। ਪਰ ਜਦੋਂ ਉਹਨਾਂ ਨੇ ਕਿਹਾ, ਕਿਉਂਕਿ ਇੱਕ ਦੋ ਚੀਜ਼ਾਂ ਪਤਾ ਲੱਗਣੀ ਸ਼ੁਰੂ ਗਈ ਸੀ ਕਿ ਸਿਸਟਮ ਦੇ ਅਕੋਰਡਿੰਗਲੀ ਕੰਮ ਕਰਨਾ, ਸੋ ਮੈਂ ਉਹ ਸੈਕਿੰਡ ਨਹੀਂ ਲਗਾਇਆ। ਮੈਂ ਕਿਹਾ ਜੀ ਬਿਲਕੁਲ ਠੀਕ, ਕਿਹੜਾ ਏਰੀਆ ਹੈਗਾ ਦੱਸੋ ਮੈਨੂੰ ਬਰੂਮ ਕਰਨਾ। ਕੋਟ ਉਤਾਰਿਆ, ਆਪਣੇ ਉਸ ਦਿਨ ਕੰਮ ਕੀਤਾ ਔਰ ਅਗਲੇ ਦਿਨ ਤੋਂ ਫਿਰ ਮੈਨੂੰ ਪਤਾ ਲੱਗ ਗਿਆ ਜੀ ਕਿ ਵੀ ਆਪਾਂ ਹੁਣ ਕੱਪੜੇ ਕਿਹੜੇ ਪਾ ਕੇ ਜਾਣੇ ਆ। ਸੋ ਉਹ ਦਿਨ ਰਿਹਾ ਕਿ ਵੀ ਤੁਸੀਂ ਆਂਦੇ ਹੀ ਇੱਕ ਸਿਸਟਮ ਨੂੰ ਅਡਾਪਟ ਕਰਨਾ। ਔਰ ਇਹਦੇ ਵਿੱਚ ਇੱਕ ਹੋਰ ਜਿਹੜੀ ਚੀਜ਼ ਰਹੀ ਕਿ ਅਡੈਪਟੇਬਿਲਿਟੀ ਫੈਕਟਰ। ਬਿਲਕੁਲ। ਔਰ ਇਹ ਸ਼ੁਰੂ ਤੋਂ ਹੀ ਕਿ ਵੀ ਮਤਲਬ ਮੇਰੀ ਇੱਕ ਨੇਚਰ ਰਹੀ ਆ। ਇਹਦੇ ਵਿੱਚ ਮੈਂ ਇਹ ਨਹੀਂ ਕਹੂੰਗਾ ਕਿ ਮੈਂ ਆਪਣੇ ਆਪ ਵਰਡ ਹੀ ਯੂਜ਼ ਕਰਨਾ ਚਾਹੀਦਾ, ਬਟ ਮੇਰੀ ਇੱਕ ਨੇਚਰ ਹੈ ਕਿ ਵੀ ਲਾਈਕ ਅਡੈਪਟੇਬਿਲਿਟੀ, ਕਿ ਤੁਸੀਂ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਚੇਂਜ ਕਿਵੇਂ ਕਰਨਾ। ਆਪਣਾ ਕੀ ਕਹਿੰਦੇ ਜਿੱਥੇ ਤੁਸੀਂ ਪਹੁੰਚੇ ਆ, ਜਿਹੜੀ ਜਗ੍ਹਾ ਦੇ ਉੱਤੇ ਹੈ, ਤੁਸੀਂ ਉਸ ਅਕੋਰਡਿੰਗਲੀ ਆਪਣੇ ਆਪ ਨੂੰ ਚੇਂਜ ਕਰੋ। ਬਿਲਕੁਲ। ਸੋ ਮੈਂ ਆਂਦੇ ਹੀ ਉਸ ਦਿਨ ਆਪਣੇ ਆਪ ਨੂੰ ਚੇਂਜ ਕੀਤਾ ਕਿ ਵੀ ਲਾਈਕ ਹੈਵ ਟੂ ਵਰਕ ਹਾਰਡ। ਜਿਹੜਾ ਤੁਸੀਂ ਉਸ ਟਾਈਮ ਤੇ ਇੱਕ ਮਿੰਟ ਵੀ ਸੋਚਿਆ ਨਹੀਂ ਵੀ ਮੈਂ ਕੋਟ ਪੈਂਟ ਪਾ ਕੇ ਆਇਆ ਜਾਂ ਮੈਂ ਉੱਥੇ ਫਾਰਮਾਸਿਊਟੀਕਲ ਦੇ ਵਿੱਚ ਕੰਮ ਕਰਦਾ ਸੀ, ਮੈਂ ਝਾੜੂ ਚੱਕਾਂਗਾ ਇੱਥੇ। ਜੇ ਤੁਸੀਂ ਉਸੇ ਟਾਈਮ ਤੇ ਆਪਣੇ ਆਪ ਨੂੰ ਚੇਂਜ ਕਰ ਲਿਆ ਤੇ ਕੋਟ ਲਾ ਕੇ ਤੇ ਝਾੜੂ ਹੱਥ 'ਚ ਫੜ ਲਿਆ, ਉਹ ਸਕਸੈਸ ਦਾ ਮੋਟਿਵ ਉੱਥੋਂ ਹੀ ਸ਼ੁਰੂ ਹੋ ਗਿਆ। ਬਿਲਕੁਲ। ਜੇ ਤੁਸੀਂ ਨਿਉ ਕੇ ਆਪਣੇ ਆਪ ਨੂੰ ਸਾਂਭ ਕੇ ਤੇ ਉਸ ਚੀਜ਼ ਨੂੰ ਫੜ ਕੇ ਤੁਰ ਪੋਗੇ ਤੇ ਕਾਮਯਾਬੀ ਕਿਤੇ ਦੂਰ ਨਹੀਂ ਹੈ ਤੁਹਾਡੇ ਤੋਂ। ਐਬਸੋਲੂਟਲੀ, ਬਿਲਕੁਲ। ਵਿਚ ਇਜ਼ ਵੈਰੀ ਇੰਪੋਰਟੈਂਟ ਤੇ ਅੱਜ ਦੀ ਜਨਰੇਸ਼ਨ ਨੂੰ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ। ਕੰਮ ਹੈ। ਹਾਂਜੀ। ਚਾਹੇ ਛੋਟਾ ਹੈ ਵੱਡਾ ਹੈ, ਕੋਈ ਕੰਮ ਨਹੀਂ ਵੱਡਾ ਨਹੀਂ ਹੈ ਤੇ ਕੋਈ ਕੰਮ ਛੋਟਾ ਨਹੀਂ ਹੈ। ਸੋ ਇਹ ਗੱਲ ਤੁਸੀਂ ਬਹੁਤ ਅੱਛੀ ਦੱਸੀ ਹੈ ਤੇ ਆਈ ਹੋਪ ਜਿਹੜੇ ਵੀ ਲਿਸਨਰ ਸੁਣ ਰਹੇ ਹੋਣਗੇ ਇਸ ਚੀਜ਼ ਨੂੰ, ਸਪੈਸ਼ਲੀ ਯੰਗ ਜਨਰੇਸ਼ਨ ਵੀ ਇਸ ਚੀਜ਼ ਨੂੰ ਮਾਣ ਕਰੇ ਵੀ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ, ਕੰਮ ਹੁੰਦਾ ਹੈ। ਤੇ ਫਿਰ ਉਹ ਤੁਹਾਡੀ ਪਹਿਲੀ ਜੌਬ ਸੀ ਤੇ ਉਸ ਤੋਂ ਬਾਅਦ ਤੁਸੀਂ ਕਿੰਨੀ ਕੁ ਦੇਰ ਉੱਥੇ ਜੌਬ ਕੀਤੀ? ਆਪਣੇ ਜਦੋਂ ਮੈਂ ਇੱਥੇ ਆਇਆ ਸੀਗਾ ਜੀ ਕਿ ਵੀ ਕਰਦੀਆਂ ਪਿੱਛੇ ਜਦੋਂ ਵੀ ਤੁਸੀਂ ਆਉਂਦੇ ਆ ਨਾ ਬਹੁਤ ਸਾਰੀਆਂ ਇੱਕ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ। ਹਾਂਜੀ। ਕੈਨੇਡੀਅਨ ਟਾਇਰ ਮੈਂ ਜੌਬ ਸ਼ੁਰੂ ਕੀਤੀ, 10 ਘੰਟੇ ਮੈਨੂੰ ਸ਼ਿਫਟ ਮਿਲੀ। ਆਪਣੇ ਕੀ ਕਹਿੰਦੇ ਹਫਤੇ ਦੇ ਵਿੱਚ 4 ਦਿਨ ਜਾਣਾ ਹੁੰਦਾ ਸੀ। ਹਾਂਜੀ। 2-3 ਮਹੀਨਿਆਂ ਬਾਅਦ ਫਿਰ ਮੈਨੂੰ ਮੇਰਾ ਫਰੈਂਡ ਮਨੂ ਦੱਤਾ, ਜਿਹਨੂੰ ਕਿ ਮੈਂ ਕਹਾਂਗਾ ਕਿ ਆਈ ਸ਼ੁੱਡ ਮੈਂਸ਼ਨ ਹਿਜ਼ ਨੇਮ ਕਿ ਵੀ ਲਾਈਕ ਤੁਸੀਂ ਕਹ ਲਓ ਬ੍ਰਦਰ ਤੋਂ ਵੀ ਉੱਪਰ। ਅੱਛਾ ਜੀ। ਮੇਰਾ ਇੱਕ ਫਰੈਂਡ ਤੋਂ ਵੀ ਉੱਪਰ। ਮੈਂ ਉਹਨੂੰ 93 ਤੋਂ ਜਾਣਦਾ ਮਨੂ ਨੂੰ। ਅੱਛਾ ਜੀ। ਠੀਕ ਹੈ ਜੀ। ਅਸੀਂ ਪ੍ਰੋਫੈਸ਼ਨਲੀ ਵੀ ਇਕੱਠਿਆਂ ਨੇ ਕੰਮ ਵੀ ਕੀਤਾ, ਉਹਨਾਂ ਨੇ ਡਿਫਰੈਂਟ ਕੰਪਨੀ 'ਚ ਕੰਮ ਕੀਤਾ ਔਰ ਅੱਜ ਦੀ ਡੇਟ ਦੇ ਵਿੱਚ ਕਿ ਵੀ ਲਾਈਕ ਅਸੀਂ ਬਿਜ਼ਨਸ ਪਾਰਟਨਰਸ ਵੀ ਹੈਗੇ ਹਾਂ, ਹਰ ਇੱਕ ਕੰਮ ਅਸੀਂ ਇਕੱਠਾ ਕਰਦੇ ਹਾਂ। ਹਾਂਜੀ। ਤੇ 27-28 ਸਾਲ ਹੋ ਗਏ ਆ ਮੈਨੂੰ ਮਨੂ ਦੇ ਨਾਲ। ਆਪਣਾ ਮੇਰਾ ਇੱਕ ਰਿਲੇਸ਼ਨ ਹੈਗਾ ਆ ਔਰ ਮਨੂ ਵੀ ਇੱਥੇ ਹੀ ਸੀਗਾ ਤੇ ਮਨੂ ਨੂੰ ਮੇਰੀ ਥੋੜੀ ਬਹੁਤੀ ਨੇਚਰ ਪਤਾ ਸੀਗੀ ਤੇ ਮਨੂ ਨੇ ਵੀ ਮੈਨੂੰ ਕਈ ਵਾਰੀ ਕਹਿਣਾ ਕਿ ਇੱਥੇ ਹੁਣ ਮੇਰਾ ਜ਼ਰੂਰ ਆਉਂਦਾ ਕਿ ਵੀ ਮਨੂ ਦਾ ਮੈਂਸ਼ਨ ਹੋਵੇ ਕਿਉਂਕਿ ਮੇਰੀ ਇੱਕ ਲਾਈਫ ਦਾ ਪਾਰਟ ਵੀ ਆ ਉਹ, ਕਿਉਂਕਿ ਹੀ ਇਜ਼ ਪਾਰਟ ਆਫ ਮਾਈ ਲਾਈਫ। ਕਿਉਂਕਿ ਮੇਰੀ ਲਾਈਫ ਨੂੰ ਇੱਥੇ ਤੱਕ ਜੇ ਕਿਸੇ ਨੇ, ਕਿਉਂਕਿ ਜਿਹੜੇ ਮੇਰੇ ਫਰੈਂਡਸ ਹੈਗੇ ਨੇ, ਜਸਪ੍ਰੀਤ ਹੋਏ, ਜੱਸੀ ਹੋਏ, ਹਰੀਪਾਲ ਹੋਏ, ਉਹਨਾਂ ਸਾਰਿਆਂ ਨੇ ਮੇਰੀ ਲਾਈਫ ਨੂੰ ਦੇਖਿਆ ਦੂਰੋਂ ਕੈਨੇਡਾ ਦੇ ਅੰਦਰ, ਪਰ ਮੇਰੀ ਲਾਈਫ ਨੂੰ ਕੀ ਕਹਿੰਦੇ ਨੇੜਿਓਂ ਔਰ ਕੀ ਕਹਿੰਦੇ ਆ ਇੱਕ ਮਤਲਬ ਇੱਕ ਫਰੈਂਡ ਬਣ ਕੇ, ਇੱਕ ਰਿਲੇਟਿਵ ਬਣ ਕੇ, ਇੱਕ ਤੁਸੀਂ ਕਹਿ ਲਓ ਕਿ ਵੀ ਲਾਈਕ ਸਾਥੀ ਲੱਭਦੇ ਹੁੰਦੇ ਆ ਤੁਸੀਂ, ਉਹ ਬਣ ਕੇ ਇੱਕ ਅਸੀਂ ਦੂਸਰੇ ਦੀ ਬਾਂਹ ਫੜ ਕੇ ਕਿਸ ਤਰੀਕੇ ਨਾਲ ਅੱਗੇ ਵਧੇ ਹਾਂ। ਸੋ ਮੇਰੀ ਲਾਈਫ ਦਾ ਇੱਕ ਜਰਨੀ ਦਾ ਇੱਕ ਪਾਰਟ ਮਨੂ ਵੀ ਰਿਹਾ। ਅੱਛਾ ਜੀ। ਉਸ ਵੇਲੇ ਫਿਰ ਕੀ ਕਹਿੰਦੇ ਆ 2003-05 ਦੇ ਵਿੱਚ ਉਹ ਮਨੂ ਦੇ ਨਾਲ ਫਿਰ ਜਰਨੀ ਦੁਬਾਰਾ ਸ਼ੁਰੂ ਹੋਈ। 2 ਸਾਲਾਂ ਦਾ ਗੈਪ ਪਿਆ ਸੀਗਾ ਕਿਉਂਕਿ ਜਦੋਂ ਅਸੀਂ ਅਲੱਗ-ਅਲੱਗ ਜੌਬਸ ਕਰ ਰਹੇ ਸੀਗੇ ਤੇ 2005 ਦੇ ਵਿੱਚ ਮਨੂ ਨੇ ਮੈਨੂੰ ਕਿਹਾ ਕਿ ਰਿਪੂ ਸੇਲਸ ਦਾ ਤੂੰ ਬੰਦਾ ਆ, ਮੈਂ ਬ੍ਰਿਕ ਦੇ ਵਿੱਚ ਜੌਬ ਕੀਤੀ ਹੋਈ ਆ ਤੇ ਵਾਈ ਡੋਂਟ ਯੂ ਟਰਾਈ ਫॉर ਬ੍ਰਿਕ। ਅੱਛਾ ਜੀ। ਬ੍ਰਿਕ ਸੁਪਰ ਸਟੋਰ, ਜਿਹਨੂੰ ਆਪਾਂ ਬ੍ਰਿਕ, ਪਹਿਲਾਂ ਉਹਦਾ ਨਾਮ ਹਾਂਜੀ ਹੋਮ ਸ਼ੋ ਹੁੰਦਾ ਸੀ। ਹਾਂਜੀ। ਨਵਾਂ ਸਟੋਰ ਖੋਲ ਰਿਹਾ ਸੀਗਾ। ਫਿਰ ਉੱਥੇ ਕੀ ਕਹਿੰਦੇ ਆ ਮੇਰੀ ਇੰਟਰਵਿਊ ਹੋਣੀ ਸੀਗੀ ਔਰ ਜਿਹੜੇ ਮੇਰੇ ਸਭ ਤੋਂ ਪਹਿਲੇ ਮੈਂਟੋਰ ਰਹੇ ਉਸ ਪ੍ਰੋਫੈਸ਼ਨ ਦੇ ਵਿੱਚ ਹਰਜੀਵਨ ਸਿੰਘ ਸੈਣੀ, ਅਸੀਂ ਉਹਨਾਂ ਨੂੰ ਅੱਜ ਵੀ ਹੈਰੀ ਸਾਰੀ ਕਹਿੰਦੇ ਆ ਜੀ। ਮੈਨੂੰ ਜਿੱਥੇ ਵੀ ਮਿਲਦੇ ਆ ਕਿਉਂਕਿ ਮੇਰੇ ਪਹਿਲੇ ਮੈਂਟੋਰ ਉਹ ਰਹੇ ਤੇ ਉਹਨਾਂ ਨੇ ਜਦੋਂ ਇੰਟਰਵਿਊ ਕੀਤੀ ਤੇ ਉਹਨਾਂ ਨੇ ਕਿਹਾ ਕਿ ਵੀ ਰਿਪੂ ਤੂੰ ਕਿਉਂ ਕਰਨਾ ਚਾਹੁੰਦਾ ਹੈ ਜੌਬ? ਤੇ ਉਹਨਾਂ ਨੂੰ ਮੈਂ ਦੱਸਿਆ ਜੀ, ਮੈਂ ਕਿਹਾ ਜੀ ਹੁਣ ਤਾਂ ਮੈਂ ਆਪਣੇ ਕੈਨੇਡਾ ਵੀ ਆ ਗਏ ਹਾਂ ਤੇ ਮੈਂ ਸੈਲਿੰਗ ਦੇ ਵਿੱਚ ਰਿਹਾ ਹਾਂ ਤੇ ਕਹਿੰਦੇ ਤੂੰ ਫਰਨੀਚਰ ਸੈਲ ਕਰ ਲਏਗਾ?
ਮੈਂ ਕਹੀ ਜੇ ਅਸੀਂ ਆਪਣੇ ਕੀ ਕਹਿੰਦੇ ਦਵਾਈਆਂ ਸੈੱਲ ਕਰ ਸਕਦੇ ਹਾਂ, ਅਸੀਂ ਕੀ ਕਹਿੰਦੇ ਮਰੀਜ਼ਾਂ ਵਾਸਤੇ ਜਿਨ੍ਹਾਂ ਦਾ ਪਤਾ ਹੀ ਕੁਛ ਨਹੀਂ ਕਿ ਵੀ ਉਹਨਾਂ ਮਰੀਜ਼ਾਂ ਨੂੰ ਕੀ ਚਾਹੀਦਾ, ਤੇ ਮੈਂ ਕਿਹਾ ਜਦ ਅਸੀਂ ਦਵਾਈਆਂ ਸੈੱਲ ਕਰ ਸਕਦੇ ਹਾਂ, ਆਪਣੇ ਡਾਕਟਰਸ ਨੂੰ ਅਸੀਂ ਕਨਸੈਪਟ ਸੈੱਲ ਕਰ ਸਕਦੇ ਹਾਂ, ਫਿਰ ਸਭ ਕੁਝ ਹੀ ਕਰ ਸਕਦੇ ਤੇ ਮੈਂ ਕਿਹਾ ਜੀ ਮੈਨੂੰ ਲੱਗਦਾ ਨਹੀਂ ਕਿ ਵੀ ਇਹ ਟਫ ਜੌਬ ਹੋਊਗੀ। ਅੱਛਾ, ਸੋ ਤੁਸੀਂ ਆਪਣੀ ਇਮੀਗ੍ਰੇਸ਼ਨ ਦਾ ਬਿਜ਼ਨਸ ਕਦੋਂ ਸਟਾਰਟ ਕੀਤਾ? ਇਮੀਗ੍ਰੇਸ਼ਨ ਦਾ ਜੀ ਬਿਜ਼ਨਸ ਜਿਹੜਾ ਹੈਗਾ ਮੇਰਾ, ਅਸੀਂ 2006 ਦੇ ਵਿੱਚ ਆਪਣੇ ਕੀ ਕਹਿੰਦੇ ਆ ਇੱਕ ਅਨਫੋਰਚੂਨੇਟ ਆਪਣਾ ਕੀ ਕਹਿੰਦੇ ਆ ਇਨਸੀਡੈਂਸ ਹੋਇਆ ਹਾਂਜੀ ਕਿ ਮਨੂ ਦੇ ਪੇਰੈਂਟਸ, ਅੱਛਾ ਜੀ, ਜੋ ਕਿ ਮੇਰਾ ਪਾਰਟਨਰ ਹੈ, ਉਹਦੇ ਮੰਮੀ ਡੈਡੀ ਆਏ ਹੋਏ ਸੀਗੇ ਔਰ 2006 ਦੇ ਵਿੱਚ ਡਿਊ ਟੂ ਕੀ ਕਹਿ ਲਓ ਕਿ ਵੀ ਕੁਛ ਇੱਕ ਇਸ ਤਰ੍ਹਾਂ ਦੀ ਮੈਡੀਕਲ ਕੰਡੀਸ਼ਨਸ ਹੋਈਆਂ ਕਿ ਵੀ ਮਨੂ ਦੇ ਮੰਮਾ ਮੇਰੇ ਆਂਟੀ ਉਹ ਕੀ ਕਹਿੰਦੇ ਆ ਕਿ ਵੀ ਲਾਈਕ ਸ਼ੀ ਪਾਸਡ ਅਵੇ ਅੱਛਾ ਜੀ, ਅਨਟਾਈਮਲੀ ਕੈਨੇਡਾ ਦੇ ਅੰਦਰ ਹੀ। ਅੱਛਾ ਜੀ, ਔਰ ਉਸ ਵੇਲੇ ਮਨੂ ਆਪਣੀ ਜੌਬ ਕਰਦੇ ਸੀ ਕੈਨੇਡਾ ਪੋਸਟ ਦੇ ਵਿੱਚ, ਪਰ ਜਦੋਂ 2006 ਦੇ ਵਿੱਚ ਆਂਟੀ ਜਦੋਂ ਗੁਜ਼ਰੇ ਤੇ ਕਿਉਂਕਿ ਲਾਈਕ ਆਈ ਵਾਸ ਦਾ ਵਨ, ਬਾਕੀ ਉਹਦੇ ਨਾਲ ਆਪਣੇ ਬਾਕੀ ਹੋਰ ਫੈਮਿਲੀ ਮੈਂਬਰ ਵੀ ਸੀਗੇ, ਬਟ ਲਾਈਕ ਵੀ ਵਰ ਮੋਰ ਸਪੋਰਟਿਵ ਟੂ ਈਚ ਅਦਰ ਕਿਉਂਕਿ ਸਾਡਾ ਦੁਆਰੀ ਉਹ ਜਰਨੀ ਸ਼ੁਰੂ ਹੋ ਚੁੱਕੀ ਸੀਗੀ, ਤੇ ਮਨੂ ਥੋੜ੍ਹਾ ਜਿਹਾ ਆਪਣੇ ਮਤਲਬ ਕਿ ਵੀ ਟਾਈਮ ਦੇ ਵਿੱਚ ਸੀਗੇ ਕਿ ਵੀ ਲਾਈਕ ਮੈਂ ਹੁਣ ਕੈਨੇਡਾ ਛੱਡ ਕੇ ਵਾਪਸ ਚਲੇ ਜਾਣਾ। ਅੱਛਾ ਜੀ, ਤੇ ਫਿਰ ਆਪਣੇ ਕੀ ਕਹਿੰਦੇ ਮਨੂ ਦੇ ਪਾਪਾ ਦੇ ਨਾਲ ਮੇਰੇ ਬਹੁਤ ਗੁੱਡ ਰਿਲੇਸ਼ਨ ਹੈ, ਵੀ ਆਰ ਲਾਈਕ ਫਰੈਂਡਸ। ਹਾਂਜੀ ਹਾਂਜੀ, ਤੇ ਫੈਮਿਲੀ ਮੈਂ ਹਾਂਜੀ ਮੇਰੇ ਨਾਲੋਂ ਮੇਰੇ ਅਸੀਂ ਫਰੈਂਡਸ ਦੀ ਤਰ੍ਹਾਂ ਹੀ ਗੱਲ ਕਰਦੇ ਬਿਲਕੁਲ। ਹੈਗੇ, ਤਾਂ ਅੰਕਲ ਨੇ ਹਾਂਜੀ। ਪੈਰੀ ਹੱਥ ਵੀ ਲਾਣੇ ਆ, ਸਾਰਾ ਕੰਮ ਹੈਗਾ, ਸਾਰਾ ਉਹਨਾਂ ਦੀ ਸਲਾਹ ਦੇ ਨਾਲ ਕਰਨਾ ਆ। ਪਰ ਮੈਂ ਅੰਕਲ ਨਾਲ ਗੱਲਬਾਤ ਕੀਤੀ ਤੇ ਅੰਕਲ ਨਾਲ ਜਦੋਂ ਗੱਲਬਾਤ ਹੋਣੀ ਸ਼ੁਰੂ ਹੋਈ, ਮਨੂ ਦੀ ਵਾਈਫ ਪ੍ਰਿਆ ਉਹਦੇ ਨਾਲ ਗੱਲਬਾਤ ਹੋਈ ਕਿ ਵੀ ਲਾਈਕ ਕਿ ਵੀ ਇਸ ਤਰੀਕੇ ਨਾਲ ਨਹੀਂ ਚੱਲੇਗਾ, ਕਿ ਵੀ ਆਪਾਂ ਇਹਨੂੰ ਥੋੜ੍ਹਾ ਜਿਹਾ, ਕਿਉਂਕਿ ਮਨੂ ਦਾ ਆਪਣੇ ਮੰਮਾ ਨਾਲ ਅਟੈਚਮੈਂਟ ਬਹੁਤ ਸੀ, ਹਾਂਜੀ ਹਾਂਜੀ, ਤੇ ਫਿਰ ਨਾ ਉਹਨੇ ਜਦੋਂ ਡਿਸਾਈਡ ਕੀਤਾ ਅਸੀਂ ਕਹਿਣਾ ਕਿ ਵੀ ਨਹੀਂ ਨੋ ਵਰੀਜ਼, ਮੈਂ ਕਿਹਾ ਆਪਾਂ ਕੋਈ ਆਪਣਾ ਕੰਮ ਸ਼ੁਰੂ ਕਰਦੇ ਹਾਂ। ਅੱਛਾ, ਸੋ ਉਦੋਂ ਫਿਰ ਤੁਸੀਂ ਹਾਂਜੀ। ਡਿਸਾਈਡ ਕੀਤਾ ਇਮੀਗ੍ਰੇਸ਼ਨ ਤੇ ਦਾ? ਕਿਹੜੇ ਸਾਲ ਚ ਸ਼ੁਰੂ ਹੋਇਆ ਸੀ? 2007 ਦੇ ਵਿੱਚ। ਅੱਛਾ, 2007 ਦੇ ਵਿੱਚ। ਅਸੀਂ ਅੱਜ ਫਿਰ ਤੁਹਾਡੀਆਂ ਕਿੰਨੀਆਂ ਲੋਕੇਸ਼ਨਸ ਨੇ? ਅੱਜ ਸਾਡੀਆਂ ਆਪਣੀਆਂ ਲੋਕੇਸ਼ਨਸ ਹੈਗੀਆਂ ਜੀ, ਇੱਕ ਤਾਂ ਸਾਡੀ ਆਪਣੀ ਸਾਡੀ ਮਿਸੀਸਾਗਾ ਦੇ ਵਿੱਚ ਲੋਕੇਸ਼ਨ ਹੈਗੀ ਆ, ਅੱਛਾ ਜੀ। ਇਹ ਹੈੱਡ ਆਫਿਸ ਹੈ ਜੀ ਪਿਛਲੇ 13 ਸਾਲ ਤੋਂ। ਅੱਛਾ ਜੀ, ਅਸੀਂ ਨਾ ਹੁਣ 14ਵੇਂ ਸਾਲ ਦੇ ਵਿੱਚ ਪੈ ਗਏ ਆ। ਹਾਂਜੀ, ਉਸ ਤੋਂ ਬਾਅਦ ਸਾਡੀ ਇੱਕ ਲੋਕੇਸ਼ਨ ਹੈਗੀ ਹੈ ਜੀ ਅਲਬਰਟਾ ਦੇ ਵਿੱਚ, ਅੱਛਾ ਜੀ, ਸੇਂਟ ਅਲਬਰਟ ਦੇ ਵਿੱਚ ਆ, ਓਕੇ ਜੀ, ਠੀਕ ਹੈ ਜੀ। ਔਰ ਇੱਕ ਸਾਡੀ ਲੋਕੇਸ਼ਨ ਹੈਗੀ ਆ ਆਪਣਾ ਈਟੋਬੀਕੋਕ ਦੇ ਵਿੱਚ, ਜਿਹੜੀ ਅਸੀਂ ਐਸੇ ਸਾਲ ਹੀ ਖੋਲੀ ਆਪਣੀ, ਅੱਛਾ ਜੀ, ਠੀਕ ਹੈ ਜੀ। 3 ਲੋਕੇਸ਼ਨਸ ਨੇ ਇਸ ਵੇਲੇ ਗੁੱਡ। ਜਿਨ੍ਹਾਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਸੋ ਤੁਸੀਂ ਕੋਈ ਸੁਨੇਹਾ, ਸੱਦਾ ਜਾਂ ਕੋਈ ਸੁਨਾਹ ਆਪਣੇ ਦਰਸ਼ਕਾਂ ਨੂੰ ਦੇਣਾ ਚਾਹੋਗੇ? ਮੈਂ ਸਿਰਫ ਮੋਨਾ ਜੀ ਇੱਕੋ ਹੀ ਚੀਜ਼ ਕਹਿਣੀ ਆ ਕਿ ਜਦੋਂ ਵੀ ਅਸੀਂ ਕੈਨੇਡਾ ਦੇ ਵਿੱਚ ਆਉਂਦੇ ਹਾਂ ਨਾ, ਤੇ ਅਸੀਂ ਸੁਪਨੇ ਬਹੁਤ ਲੈ ਕੇ ਆਉਂਦੇ ਹਾਂ। ਉਹ 2003 ਵਾਲਾ ਟਾਈਮ ਤੇ ਕਿਉਂਕਿ 2020 ਦਾ ਟਾਈਮ ਬਹੁਤ ਫਰਕ ਆ ਗਿਆ, 17 ਸਾਲ ਦਾ ਫਰਕ ਆ ਗਿਆ ਆ। ਅੱਜ ਦੀ ਡੇਟ ਦੇ ਵਿੱਚ ਜਦੋਂ ਵੀ ਸਕਿਲਡ ਇਮੀਗ੍ਰੈਂਟਸ ਆਉਂਦੇ ਆ, ਨਾਲ ਆਪਣੇ ਪੈਸਾ ਵੀ ਲੈ ਕੇ ਆਉਂਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿ ਲਾਈਕ ਅਸੀਂ ਜਾ ਕੇ ਕਰਨਾ ਕੀ ਆ। ਪਰ ਅੱਜ ਦੀ ਡੇਟ ਦੇ ਵਿੱਚ ਉਹ ਵੀ ਵਰਕਰਸ ਹੈਗੇ ਆ, ਉਹ ਵੀ ਇਮੀਗ੍ਰੈਂਟਸ ਹੈਗੇ ਆ, ਜਿਨ੍ਹਾਂ ਦੇ ਕੋਲ ਅੱਗੇ ਪਿਛੋਕੜ ਦੇ ਵਿੱਚ ਕੁਝ ਵੀ ਨਹੀਂ ਹੁੰਦਾ, ਬਹੁਤ ਸਾਰੀਆਂ ਜ਼ਮੀਨ ਜਾਇਦਾਦ ਆਪਣਾ ਕਰਕੇ ਆਉਂਦੇ। ਪਰ ਮੈਂ ਕਹਿਣਾ ਚਾਹੂੰਗਾ ਕਿ ਫਿਰ ਕੈਨੇਡਾ ਇੱਕ ਲੈਂਡ ਆਫ ਅਪਰਚੁਨਿਟੀਜ਼, ਆਪਣੀ ਫੈਮਿਲੀ ਵਾਸਤੇ, ਅਸੀਂ ਆਪਣੇ ਬੱਚਿਆਂ ਵਾਸਤੇ, ਅਸੀਂ ਆਪਣੇ ਪੇਰੈਂਟਸ ਵਾਸਤੇ ਜਾਂ ਗ੍ਰੈਂਡ ਪੇਰੈਂਟਸ ਵਾਸਤੇ ਜੋ ਵੀ ਸੋਚਦੇ ਹਾਂ, 2 ਸਾਲ ਤੱਕ ਦੀ ਤੁਹਾਨੂੰ ਹਾਰਡਸ਼ਿਪ ਜ਼ਰੂਰ ਰਹੇਗੀ। ਬਿਲਕੁਲ। ਔਰ ਇਹ ਨਹੀਂ ਸੋਚਣਾ ਕਿ ਵੀ ਲਾਈਕ ਮੈਂ ਬੜੀਆਂ ਔਡ ਜੌਬਸ ਕਰਦਾ ਹਾਂ, ਮੈਂ ਜੋ ਅਸੀਂ ਆਪਣੇ ਕੈਨੇਡਾ ਤੋਂ ਬਾਹਰ ਕਰਕੇ ਆ ਗਏ ਨਾ, ਅਸੀਂ ਉਹਨੂੰ ਉੱਥੇ ਛੱਡ ਕੇ ਆਉਣਾ। ਔਰ ਜਦੋਂ ਅਸੀਂ ਇੱਥੇ ਆ ਕੇ ਆਪਣੇ ਆਪ ਨੂੰ ਅਡਾਪਟ ਕਰ ਲਾਂਗੇ, ਆਪਾਂ ਆਪਣੇ ਆਪ ਨੂੰ ਇਸ ਕਲਚਰ ਦੇ ਵਿੱਚ ਢਾਲ ਲਾਂਗੇ, ਜਦੋਂ ਅਸੀਂ ਇੱਥੇ ਦੀ ਤਕਲੀਫਾਂ ਦੇਖ ਲਾਂਗੇ ਨਾ 2 ਸਾਲ ਦੀਆਂ, ਤੇ ਉਸ ਤੋਂ ਬਾਅਦ ਤੁਹਾਡੀ ਲਾਈਫ ਬਹੁਤ ਸਮੂਥ ਹੈ, ਕਿਉਂਕਿ ਤੁਹਾਨੂੰ ਇੱਕ ਸਰਕਲ ਦੇ ਵਿੱਚ ਆਉਣ ਵਾਸਤੇ 1 ਸਾਲ ਤੋਂ ਲੈ ਕੇ 2 ਸਾਲ ਦਾ ਹਰ ਟਾਈਮ ਚੀਜ਼ ਚਾਹੀਦਾ, ਨੂੰ ਵਕਤ ਲੱਗਦਾ ਹੈ, ਵਕਤ ਲੱਗੇਗਾ। ਠੀਕ ਹੈ ਨਾ? ਜੀ। ਜੇ ਤੁਸੀਂ ਦਵਾਈ ਖਾਂਦੇ ਹੋ ਤੇ ਦਵਾਈ ਵੀ ਕੁਝ ਦੇਰ ਖਾਓਗੇ ਤੇ ਉਹ ਬਿਲਕੁਲ। ਅਸਰ ਕਰੇਗੀ, ਤੇ ਬਿਲਕੁਲ। ਉਦਾਂ ਹੀ ਮਿਹਨਤ ਕਰੋਗੇ ਤੇ ਉਹ ਜੀ, ਅਸਰ ਬਿਲਕੁਲ। ਦਿਖਾਏਗੀ ਜ਼ਰੂਰ। ਹਾਂਜੀ। ਸੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ, ਜੀ। ਤੁਹਾਡੇ ਸਫ਼ਰ ਨੂੰ ਜਾਣ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਜੀ। ਥੈਂਕ ਯੂ ਵੈਰੀ ਮੱਚ ਤੁਹਾਡਾ ਇੱਥੇ ਸਾਡੇ ਪ੍ਰੋਗਰਾਮ ਤੇ ਆ ਕੇ ਆਪਣੇ ਬਾਰੇ ਚ ਦੱਸਣ ਬਾਰੇ ਜਾਂ ਆਪਣੇ ਸਫ਼ਰ ਨੂੰ ਡਿਸਕਸ ਕਰਨ ਬਾਰੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਸੀ ਰਿਪੂ ਦਮਨ ਜੀ, ਜਿਨ੍ਹਾਂ ਨਾਲ ਅਸੀਂ ਗੱਲ ਕਰ ਰਹੇ ਸੀਗੇ, ਜਿਨ੍ਹਾਂ ਦੇ ਸਫ਼ਰ ਬਾਰੇ ਜਾਣਿਆ ਤੇ ਬਹੁਤ ਹੀ ਆਨੰਦ ਆਇਆ ਤੇ ਬਹੁਤ ਹੀ ਕੁਝ ਸਿੱਖਣ ਨੂੰ ਵੀ ਮਿਲਿਆ। ਸੋ ਅਗਰ ਤੁਹਾਨੂੰ ਕੋਈ ਕੁਐਸਚਨ ਹੋਵੇ ਜਾਂ ਤੁਹਾਨੂੰ ਬੁਲਾਉਣਾ ਆ ਕਿਸੇ ਨੂੰ ਜਾਂ ਕਿਸੇ ਨਾਲ ਗੱਲ ਕਰਨੀ ਹੈ, ਤੇ ਤੁਸੀਂ ICC ਵਾਲਿਆਂ ਨਾਲ ਗੱਲ ਵੀ ਕਰ ਸਕਦੇ ਹੋ। ਸੋ ਅਗਲੇ ਹਫਤੇ ਤੁਹਾਨੂੰ ਨਵੇਂ ਮਹਿਮਾਨ ਨਾਲ ਮਿਲਾਵਾਂਗੇ। ਤਦ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਮੋਨਾ ਗਰੇਵਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।